KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਬਲਦੇਵ ਸਿੰਘ ਭਾਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੁਸੀਂ ਸਾਡੇ ਨਾਲ ਲਾਈਵ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 64 592 9191। ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਫਿਰ ਉਸ ਤੋਂ ਬਾਅਦ ਅਸੀਂ ਪੜਾਅ ਦਰ ਪੜਾਅ ਅੱਗੇ ਵਧਾਂਗੇ। ਸੋ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਸਰ। ਸੋ ਡਾਕਟਰ ਸਾਹਿਬ, ਅੱਜ ਦੇ ਅਸੀਂ ਸ਼ੁਰੂਆਤ ਕਰਦੇ ਹਾਂ। ਸਭ ਅਸੀਂ ਪਹਿਲੀ ਖਬਰ ਜਿਹੜੀ ਮੈਂ ਤੁਹਾਡੇ ਤੋਂ ਜਿਹਦਾ ਵਿਸਥਾਰ ਲੈਣਾ ਚਾਹੁੰਦਾ ਉਹ ਹੈ ਕਿ ਇੱਕ ਨਵਾਂ ਪੋਲ ਦੱਸਦਾ ਹੈ ਕਿ 5 ਵਿੱਚੋਂ 3 ਕੈਨੇਡੀਅਨ ਕਰਮਚਾਰੀ ਜਿਹੜੇ ਆ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਕੰਮ ਵਾਲੀ ਥਾਂ ਤੇ ਵਧੇਰੇ ਤਣਾਅ ਮਹਿਸੂਸ ਕਰ ਰਹੇ ਆ। ਕਿਉਂ ਜੀ? ਦੇਖੋ, ਜੇ ਤੁਸੀਂ ਮਾਡਰਨ ਲਾਈਫ ਦੀ ਗੱਲ ਕਰਦੇ ਆ, ਵੈਸੇ ਵੀ ਸਟ੍ਰੈਸ ਜਿਹੜੀ ਆ ਜਿਹਨੂੰ ਅਸੀਂ ਕਹਿੰਦੇ ਆ ਉਹ ਆਮ ਲਾਈਫ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਜੀ। ਅੱਗੇ ਨਾਲੋਂ ਪਹਿਲਾਂ ਨਾਲੋਂ ਜ਼ਿਆਦਾ ਹੈ। ਜਦੋਂ ਸਿੰਪਲ ਲਾਈਫ ਹੁੰਦੀ ਸੀ ਲੋਕਾਂ ਦੀ ਉਦੋਂ ਸ਼ਾਇਦ ਘੱਟ ਸੀ। ਜਿਹੜੀ ਸਟ੍ਰੈਸ ਹੁੰਦੀ ਸੀ ਉਦੋਂ ਏਦਾਂ ਹੁੰਦੀ ਸੀ ਵੀ ਹੜ੍ਹ ਆ ਗਿਆ, ਮੀਂਹ ਜ਼ਿਆਦਾ ਪੈ ਗਿਆ ਜਾਂ ਮੀਂਹ ਨਾ ਪਏ, ਕੋਈ ਕਣਕ ਨੂੰ ਹੋ ਗਿਆ, ਝੋਨੇ ਨੂੰ ਹੋ ਗਿਆ, ਆਹ ਕੁਛ ਹੋ ਗਿਆ। ਪਰ ਹੁਣ ਤਾਂ ਪੈਰ ਤੇ ਜਿਹੜੀ ਸਟ੍ਰੈਸ ਹੀ ਸਟ੍ਰੈਸ ਆ। ਤੁਸੀਂ ਕਾਰ 'ਚ ਜਾਂਦੇ ਆ, ਤੁਹਾਨੂੰ ਸਟ੍ਰੈਸ ਆ। ਅੱਗੇ ਕਿਸੇ ਨੇ ਬ੍ਰੇਕ ਮਾਰਤੀ, ਕਿਸੇ ਨੇ ਕੁਛ ਕਰ ਦਿੱਤਾ, ਤੁਹਾਨੂੰ ਟ੍ਰੈਫਿਕ ਦੀ ਸਟ੍ਰੈਸ ਆ, ਘਰੋਂ ਸਟ੍ਰੈਸ ਆ। ਪਰ ਸਾਡੀ ਬਦਕਿਸਮਤੀ ਕਹਿ ਲਓ, ਅਸੀਂ ਕੋਈ ਜਨਰੇਸ਼ਨ ਨੂੰ ਦੇਖਣਾ ਪੈਂਦਾ। ਪੈਂਡੈਮਿਕ ਅਸੀਂ ਦੇ ਥਰੂ ਲੰਘ ਕੇ ਗਏ ਹਾਂ ਜੀ। ਬਿਲਕੁਲ। ਤੋ ਪੈਂਡੈਮਿਕ ਨੇ ਇੱਕ ਨਵੀਂ ਸਟ੍ਰੈਸ ਪੈਦਾ ਕਰਤੀ। ਤੁਸੀਂ ਇਮੇਜਿਨ ਕਰ ਸਕਦੇ ਵੀ ਘਰ ਦੇ ਵਿੱਚ ਰਹਿੰਦੇ ਸੀ, ਬੰਦੇ ਸੋਚਦੇ ਵੀ ਕੋਈ ਆ ਨਾ ਜਾਵੇ, ਕੋਈ ਹੋਰ ਨਾ ਕੋਈ ਵਾਇਰਸ ਆ ਜਾਵੇ, ਬੰਦਾ ਹੀ ਮਰ ਜਾਵੇ। ਬਿਲਕੁਲ। ਇੰਨਾ ਡਰਦੇ ਸੀ, ਬਾਹਰ ਜਾਣ ਤੋਂ ਡਰਦੇ ਸੀ ਜੀ। ਉਹ ਸਮਾਂ ਸਾਡੇ ਚੋਂ ਨਿਕਲਿਆ ਤੇ ਉਹਦੇ ਨਾਲ ਤਬਦੀਲੀਆਂ ਵਰਕ ਪਲੇਸ ਤੇ ਵੀ ਆਈਆਂ। ਜਿਹੜੀ ਤਾਂ ਵਰਕ ਪਲੇਸ ਤੇ ਜਿੱਦਾਂ ਕਹਿ ਲਓ ਫਿਜ਼ੀਕਲ ਕੰਮ ਜ਼ਿਆਦਾ ਕਰਦੇ ਸੀ, ਤੁਸੀਂ ਆਇਰਨ ਕੱਟਣ ਲੱਗਾ ਹੈ, ਕੋਈ ਕਿੱਲੇ ਠੋਕਣ ਲੱਗਾ ਹੈ ਜੀ, ਉਹ ਤਾਂ ਵਰਚੁਅਲ ਕੰਮ ਨਹੀਂ ਕਰ ਸਕਦੇ। ਉਹਨਾਂ ਨੂੰ ਤਾਂ ਲੇ ਆਫ ਕੀਤਾ, ਉਹ ਘਰ ਬੈਠੇ ਸੀ, ਉਸ ਤੋਂ ਬਾਅਦ ਗਏ। ਪਰ ਜਿਹੜਾ ਐਕਚੁਅਲੀ ਕੰਪਿਊਟਰ ਰਿਲੇਟਡ ਵਰਕ ਆ ਜਾਂ ਦਫ਼ਤਰਾਂ ਦੇ ਵਿੱਚੋਂ ਲੋਕੀ ਕਰਦੇ ਸੀ, ਇਹਨਾਂ ਨੂੰ ਫਿਰ ਘਰ ਦੇ ਵਿੱਚ ਜਿਹੜਾ ਉਹਨਾਂ ਨੇ ਕਹਿਤਾ ਵਰਚੁਅਲੀ ਕਰ ਲਓ। ਜੇ ਦਫ਼ਤਰ 'ਚ ਬੈਠੇ ਆ, ਆਹ ਕੰਮ ਅਸੀਂ ਘਰ ਵੀ ਬੈਠੇ ਕਰ ਸਕਦੇ ਹਾਂ। ਇਹ ਕੋਈ ਏਦਾਂ ਦਾ ਇੱਥੇ ਮੰਜੇ ਦਾ ਠੋਕਦੇ ਨਹੀਂ ਅਸੀਂ ਵੀ ਜਿਹੜੇ ਲੈ ਕੇ ਜਾਣੇ ਨਾਲ। ਸੋ ਇਦਾਂ ਦਾ ਕੰਮ ਬਹੁਤ ਸ਼ਿਫਟ ਹੋਇਆ ਜਿਹੜਾ ਘਰਾਂ ਦੇ ਵਿੱਚ। ਤਾਂ ਉਸ ਵੇਲੇ ਲੋਕਾਂ ਦੀਆਂ ਇਹ ਨਹੀਂ ਵੀ ਉਹਨਾਂ ਦੀ ਸਟ੍ਰੈਸ ਘਟੀ ਹੈ, ਉਹ ਸਟ੍ਰੈਸ ਉਦੋਂ ਹੋਰ ਤਰ੍ਹਾਂ ਦੀ ਸੀ। ਪਰ ਕਮ ਸੇ ਕਮ ਕੰਮ ਇਦਾਂ ਦਾ ਹੋ ਗਿਆ ਸੀ ਵੀ ਹੁਣ ਨਹੀਂ ਕੀਤਾ ਤਾਂ ਮੈਂ ਘੰਟਾ ਠਹਿਰ ਕੇ ਕਰ ਲੂੰਗਾ, ਕਿਹੜਾ ਕੋਈ ਇੱਥੇ ਦੇਖਦਾ ਹੈ। ਉਹਦਾ ਐਡੀਸ਼ਨਲ ਭਾਰ ਇਹ ਹੋਇਆ ਵੀ ਜਿਹੜੇ ਬੰਦੇ 8 ਤੋਂ 4 ਤਾਈਂ ਕਰਦੇ ਹੁੰਦੇ ਸੀ, ਉਹ ਇਦਾਂ ਹੋ ਗਏ ਵੀ 24 ਘੰਟੇ ਕਹ ਲਓ ਕੰਮ ਤੇ ਲੱਗੇ। ਉਹ ਸੌਂ ਕੇ ਵੀ ਸ਼ੁਰੂ ਕਰ ਲੈਣਾ, ਉਸ ਤੋਂ ਬਾਅਦ ਫੇਰ ਸ਼ੁਰੂ ਕਰ ਲੈਣਾ। ਜਿਹੜਾ ਕਹਿੰਦੇ ਹੁੰਦੇ ਕੰਮ ਪ੍ਰੋਪਰਲੀ ਤੁਸੀਂ ਨਹੀਂ ਕਰਦੇ, ਜੇ ਹੌਲੀ ਹੌਲੀ ਕਰੀ ਜਾਂਦੇ ਆ ਤਾਂ ਉਹਦੀ ਜ਼ਿਆਦਾ ਸਟ੍ਰੈਸ ਹੁੰਦੀ ਹੈ। ਮਨ ਦੇ ਵਿੱਚ ਤਾਂ ਰਹਿੰਦਾ ਨਾ ਮੈਂ ਕੰਮ ਅਜੇ ਤੱਕ ਕੀਤਾ ਨਹੀਂ। ਸੋ ਉਹ ਬੰਦੇ ਹੁਣ ਜਦੋਂ ਵਾਪਸ ਆਉਂਦੇ ਆ ਬੈਕ ਟੂ ਵਰਕ, ਬਹੁਤੀਆਂ ਹੁਣ ਕੰਪਨੀਆਂ ਨੇ ਇਹ ਕਹਿਤਾ ਵੀ ਠੀਕ ਹੈ, ਅੱਗੇ ਕਰਦੇ ਸੀ ਅਸੀਂ ਵਰਚੁਅਲ ਘਰਾਂ ਦੇ ਵਿੱਚੋਂ, ਪਰ ਹੁਣ ਤੁਹਾਨੂੰ ਦਫ਼ਤਰਾਂ ਦੇ ਵਿੱਚ ਆਉਣਾ ਪੈਣਾ। ਸਰਕਾਰੀ ਕਰਮਚਾਰੀਆਂ ਨਾਲ ਵੀ ਇਦਾਂ। ਤਾਂ ਹੁਣ ਉਹਨਾਂ ਨੂੰ ਉਹ ਜਿਹੜੀ ਸਟ੍ਰੈਸ ਜ਼ਿਆਦਾ ਲੱਗਦੀ ਹੈ। ਤੇ ਪੈਂਡੈਮਿਕ ਨੇ ਸਾਡੇ ਇਨਫਲੇਸ਼ਨ ਬਹੁਤ ਜ਼ਿਆਦਾ ਕੀਤਾ ਜੀ। ਬਹੁਤ ਘੱਟ ਜਨਰੇਸ਼ਨ ਹੈ ਜਿਹੜੀਆਂ ਇੰਨੇ ਵੱਡੇ ਇਨਫਲੇਸ਼ਨ ਦੇ ਦੌਰ ਦੇ ਵਿੱਚੋਂ ਗੁਜ਼ਰਦੀਆਂ। ਅਫੀਸ਼ੀਅਲੀ ਦਾ ਰੇਟ ਇਹਨਾਂ ਹੋਰ ਤਰ੍ਹਾਂ ਦੱਸਦੇ ਆ, ਕਿਉਂਕਿ ਸਾਰੀਆਂ ਚੀਜ਼ਾਂ ਦਾ ਰੇਟ ਜਿੰਨਾ ਵਧਿਆ ਉਹਨਾਂ ਐਵਰੇਜ ਕਰਕੇ ਦੱਸਣਾ ਹੁੰਦਾ ਜੀ। ਪਰ ਜੇ ਤੁਸੀਂ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਆ, ਜਿੱਦਾਂ ਗਰੋਸਰੀ ਦੀਆਂ ਆਈਟਮ ਚਾਹੀਦੀਆਂ ਜਾਂ ਤੁਸੀਂ ਰਹਿਣਾ ਹੈ ਜਿੱਥੇ, ਉਹ ਚਾਹੀਦੀ, ਪਾਉਣ ਵਾਲੀਆਂ ਚੀਜ਼ਾਂ, ਕੱਪੜੇ ਆ, ਜੇ ਤੁਸੀਂ ਇਹਨਾਂ ਦਾ ਇਨਫਲੇਸ਼ਨ ਦੇਖਦੇ ਤਾਂ ਇਹ ਤਾਂ ਤਕਰੀਬਨ ਦੁੱਗਣੀਆਂ ਹੋ ਗਈਆਂ। ਬਿਲਕੁਲ।
ਘਰਾਂ ਦੀਆਂ ਪ੍ਰਾਈਸਿਸ ਦੁੱਗਣੀਆਂ ਆ ਹਾਂਜੀ ਤੇ ਜਿਹੜੀ ਖਾਣੇ ਆ ਉਹ ਦੁੱਗਣੀਆਂ ਹੋਈਆਂ ਆ। ਸੋ ਐਡੀ ਵੱਡੀ ਉਹਨਾਂ ਦੀ ਤਨਖਾਹ ਤਾਂ ਉਸ ਰੇਟ ਨਾਲ ਵੱਧਦੀ ਨਹੀਂ। ਇੱਕ ਤਾਂ ਇਹ ਸਟ੍ਰੈਸ ਆ। ਦੂਸਰਾ, ਜਿਹੜੀ ਅਜੇ ਤੱਕ ਤੁਸੀਂ ਕਹਿ ਲਓ ਕਿ ਮੈਨੇਜਮੈਂਟ ਨੂੰ ਉਹ ਸਟਾਈਲ ਨਹੀਂ ਆਇਆ ਕਿ ਅਸੀਂ ਵਰਕਰਸ ਨੂੰ ਮੈਨੇਜ ਕਿੱਦਾਂ ਕਰਨਾ। ਜਿਹੜੇ ਬੰਦੇ ਸਟ੍ਰੈਸ ਦੇ ਵਿੱਚ ਆ ਉਹਨਾਂ ਨੂੰ ਮੈਨੇਜ ਕਰਨਾ ਵੀ ਇੱਕ ਆਰਟ ਆ, ਕਲਾ ਹੁੰਦੀ ਹੈ। ਤੁਸੀਂ ਇਹ ਨਹੀਂ ਵੀ ਤੁਹਾਡੇ ਅਥਾਰਟੀ ਆ ਤਾਂ ਤੁਸੀਂ ਹਰੇਕ ਨੂੰ ਬੌਸ ਰਾਉਂਡ ਕਰਦੇ ਫਿਰੋ। ਬਿਲਕੁਲ। ਵਰਕ ਸੇਫ ਵਾਲਿਆਂ ਦੇ ਆਪਣੇ ਰੂਲ ਲਾਏ ਆ, ਇੰਸ਼ੋਰੈਂਸ ਕੰਪਨੀਆਂ ਦੇ ਆਪਣੇ ਰੂਲ ਲਾਏ ਆ। ਉਹ ਪੁੱਛਦੇ ਆ EMPLOYERS ਨੂੰ ਵੀ ਤੁਸੀਂ ਆਪਣੇ ਵਰਕਰਸ ਲਈ ਕੀ ਕਰਦੇ ਆ, ਕਿਉਂਕਿ ਇਹਨਾਂ ਦੇ ਸਾਰਿਆਂ ਦੇ ਇੰਸ਼ੋਰੈਂਸ ਤਾਂ ਹੈ ਨਾ। ਬਿਲਕੁਲ। ਉਹਨਾਂ ਦਾ ਇੰਸ਼ੋਰੈਂਸ ਰੇਟ ਅੱਪ ਚੱਲ ਜਾਂਦਾ ਜੇ ਵਰਕਰ ਜਾਂਦੇ ਆ ਕਹਿੰਦੇ ਮੈਂ ਜਾਣਾ ਨਹੀਂ ਕੰਮ ਤੇ, ਮੈਨੂੰ ਤਾਂ ਸਟ੍ਰੈਸ ਹੋਈ ਆ। ਅੱਜ ਕੱਲ ਇਹ ਵੀ ਇੱਕ ਰੀਜ਼ਨ ਆ। ਬਿਲਕੁਲ। ਤੁਸੀਂ ਨਹੀਂ ਜਾਂਦੇ। ਸੋ ਬਹੁਤ ਸਾਰੇ ਵਰਕਰ ਜਿਹੜੇ ਇਦਾਂ ਦੇ ਸੈਕਟਰ ਦੇ ਵਿੱਚ ਕੰਮ ਕਰਦੇ ਆ ਜਿੱਥੇ ਜੌਬ ਸਿਕਿਉਰਿਟੀ ਕੋਈ ਨਹੀਂ। ਜੌਬ ਸਿਕਿਉਰਿਟੀ ਜਿਹਦੀ ਨਹੀਂ ਆ ਉਹਨੂੰ ਵੈਸੇ ਸਟ੍ਰੈਸ ਰਹਿੰਦੀ ਹੈ। ਜਿਹਦੇ ਬੰਦੇ ਕੋਲ ਮੌਰਗੇਜ ਆ, ਜਿਹਦੇ ਬੰਦੇ ਕੋਲ ਲੋਨ ਦੇਣੇ ਆ, ਜਿਹਦੇ ਪਰਿਵਾਰ ਨੂੰ ਫੀਡ ਕਰਨਾ ਆ ਜੀ, ਤਾਂ ਉਹਨੂੰ ਪਤਾ ਹੀ ਨਹੀਂ ਵੀ ਮੈਂ ਕੱਲ ਨੂੰ ਕੰਮ ਤੇ ਜਾਊਂਗਾ ਵਾਪਸ ਜਾਂ ਨਹੀਂ ਜਾਊਂਗਾ। ਉਹਦੇ ਇਦੋਂ ਵੱਡੀ ਸਟ੍ਰੈਸ ਹੋਰ ਦੱਸੋ ਕੀ ਹੋ ਸਕਦੀ। ਫ੍ਰੀ ਐਂਟਰਪ੍ਰਾਈਜ਼ ਸਿਸਟਮ ਬਣਾਇਆ। ਬਿਲਕੁਲ। ਅੱਛਾ, ਫਿਰ ਮਤਲਬ ਇੱਕ ਤਾਂ ਮੈਨੇਜਮੈਂਟ, ਫਿਰ ਤੁਸੀਂ ਦੇਖੋ EMPLOYMENT ਜਿਹੜੇ EMPLOYER ਆ ਉਹਨਾਂ ਦਾ ਵੀ ਖਰਚਾ ਵੱਧਦਾ ਆ। ਤੁਸੀਂ ਆਮ ਤੌਰ ਤੇ ਦੇਖਦੇ ਆ ਵੱਡੀਆਂ ਵੱਡੀਆਂ ਕੰਪਨੀਆਂ ਨੇ ਖਾਸ ਤੌਰ ਤੇ ਉਹਨਾਂ ਨੇ ਵੈਲਨੈਸ ਸੈਂਟਰ ਖੋਲੇ ਅੱਜ ਕੱਲ ਔਨ ਕੈਂਪਸ ਜੀ। ਹੁਣ ਕੋਸ਼ਿਸ਼ ਕਰਦੇ ਆ ਉਹਨਾਂ ਨੇ ਸਰਵਿਸ ਪ੍ਰੋਵਾਈਡ ਕਰਦੇ ਆ ਆਪਣੇ EMPLOYEES ਨੂੰ ਵੀ ਤੁਸੀਂ ਆਪਣੀ ਸਟ੍ਰੈਸ ਨਾਲ ਕਿੱਦਾਂ ਹੈਂਡਲ ਕਰਨਾ, ਤੁਸੀਂ ਆਪਣੀ ਫਿਜ਼ੀਕ ਨੂੰ ਕਿੱਦਾਂ ਸ਼ੇਪ ਦੇ ਵਿੱਚ ਰੱਖਣਾ ਜੀ। ਔਨ ਕੈਂਪ ਸਾਈਟ ਹੀ ਉਹਨਾਂ ਨੇ ਐਕਸਰਸਾਈਜ਼ ਰੂਮ ਬਣਾਏ ਆ। ਫਿਰ ਵਰਕਰਸ ਨੂੰ ਇਨਕਰੇਜ ਕਰਦੇ ਆ ਵੀ ਤੁਸੀਂ ਥੋੜਾ ਜਿਹਾ ਟਾਈਮ ਕੱਢੋ ਤਾਂ ਤੁਸੀਂ ਤੁਰ ਕੇ ਆਇਆ ਕਰੋ। ਮਤਲਬ ਇਸ ਤਰ੍ਹਾਂ ਦੀਆਂ ਐਕਸਰਸਾਈਜ਼ ਵੀ ਕਰਾਉਂਦੇ ਆ। ਬਿਲਕੁਲ। ਸੋ ਸਮਾਂ ਬਦਲ ਗਿਆ ਤੇ ਕੰਮ ਕਰਨ ਦਾ ਢੰਗ ਵੀ ਬਦਲ ਗਿਆ। ਬਹੁਤੇ ਮੈਨੇਜਰਸ ਨੂੰ, ਬਹੁਤੇ EMPLOYERS ਨੂੰ ਉਹਨਾਂ ਦਾ ਦਿਮਾਗ ਨਹੀਂ ਅਜੇ ਤਾਈਂ ਬਦਲਿਆ। ਉਹ ਹਾਲੇ ਵੀ 19ਵੀਂ ਸਦੀ 'ਚ ਹੀ ਫਿਰਦੇ ਆ। ਬਿਲਕੁਲ। ਜੇ ਤੁਸੀਂ ਸਮੇਂ ਦੇ ਨਾਲ ਨਹੀਂ ਬਦਲਦੇ, ਦੇਖਦੇ ਨਹੀਂ ਕਿ ਅੱਜ ਸਾਡੀ ਵਰਕਫੋਰਸ ਨੂੰ ਕੀ ਚੈਲੰਜ ਆ, ਉਹਦੇ ਹਿਸਾਬ ਨਾਲ ਤੁਹਾਨੂੰ ਵੀ ਬਦਲਣਾ ਪੈਣਾ, ਤੁਹਾਨੂੰ ਵੀ ਢੰਗ ਬਦਲਣਾ ਪੈਣਾ ਵੀ ਇਹਨਾਂ ਨਾਲ ਡੀਲ ਕਿਸ ਤਰੀਕੇ ਨਾਲ ਕਰਦੇ ਆ। ਤੇ ਉਸ ਲੈਵਲ ਤੇ ਅਜੇ ਅਸੀਂ ਨਹੀਂ ਪਹੁੰਚੇ ਲੱਗਦੇ ਜੀ। ਲੋਕਾਂ ਨੂੰ ਆਪਣੇ ਆਪ ਹੀ ਹੈਂਡਲ ਕਰਨਾ ਬੜਾ ਮੁਸ਼ਕਲ ਲੱਗਦਾ ਕਿ ਸਟ੍ਰੈਸ ਆ। ਸਟ੍ਰੈਸ ਕੱਲੀ ਕੰਮ ਦੀ ਹੀ ਨਹੀਂ ਹੈ, ਸਟ੍ਰੈਸ ਤਾਂ ਘਰ ਦੀ ਵੀ ਹੈ। ਬਿਲਕੁਲ। ਸਟ੍ਰੈਸ ਤੁਹਾਨੂੰ ਸੁਸਾਇਟੀ ਦੀ ਵੀ ਹੈ। ਗੁਆਂਢ ਦੇ ਵਿੱਚ ਸ਼ੂਟਿੰਗ ਹੋ ਜਾਂਦੀ ਹੈ, 2 ਦਿਨ ਨੀਂਦ ਨਹੀਂ ਆਉਂਦੀ ਬੰਦੇ ਨੂੰ ਵੀ ਸਾਡੇ ਪਤਾ ਨਹੀਂ ਕੀ ਹੋ ਗਿਆ ਆਲੇ ਦੁਆਲੇ। ਮਤਲਬ ਇੱਕ ਚੀਜ਼ ਦੀ ਸਟ੍ਰੈਸ ਥੋੜੋ। ਬਿਲਕੁਲ। ਉਹਦੇ ਟੌਪ ਤੇ ਸਾਡੀ ਸਟ੍ਰੈਸ ਇਹ ਸੀ ਵੀ ਕਿਸੇ ਚੀਜ਼ ਨੂੰ ਹੱਥ ਲਾਇਆ ਉਹਨਾਂ ਬਿਮਾਰੀ ਹੋ ਜਾਣੀ। ਸੋ ਸਟ੍ਰੈਸ ਨੂੰ ਕਹਿੰਦੇ ਜਰਵਾਈ ਆ ਇੱਥੇ। ਬਿਲਕੁਲ। ਸਟ੍ਰੈਸ ਜਿਹੜੀ ਇੱਕ ਵਾਰੀ ਸਾਡੇ ਅੰਦਰ ਘਰ ਕਰ ਗਈ ਆ ਉਹ ਗਾਂਹ ਦੀ ਗਾਂਹ ਵਧੀ ਜਾਂਦੀ ਹੈ ਸਮੱਸਿਆਵਾਂ ਜਿਹੜੀਆਂ, ਕਿਉਂਕਿ ਅਸੀਂ ਪੁਰਾਣੀ ਨਾਲ ਡੀਲ ਨਹੀਂ ਕਰ ਸਕਦੇ ਤੇ ਨਵੀਂ ਐਡ ਹੋਈ ਜਾਂਦੀ ਹੈ। ਉਹ ਕਹਿੰਦੇ ਹੁੰਦੇ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲੈ ਦੂਜੀ ਨੂੰ ਤਿਆਰ। ਬਿਲਕੁਲ। ਤੇ ਦੂਜੀ ਤਿਆਰ ਹੀ ਰਹਿੰਦੀ ਹੈ। ਸੋ ਡਾਕਟਰ ਸਾਹਿਬ, ਅਸੀਂ ਅਗਲੀ ਖਬਰ ਵੱਲ ਵਧਦੇ ਹਾਂ। ਆਨਲਾਈਨ ਠੱਗੀ ਭਾਵੇਂ ਆਮ ਵਰਤਾਰਾ ਹੋ ਗਿਆ, ਪਰ ਬੈਟਰ ਬਿਜ਼ਨਸ ਬਿਊਰੋ ਦੇ ਅਨੁਸਾਰ ਬਲੈਕ ਫਰਾਈਡੇ ਤੇ ਪ੍ਰਾਈਮ ਡੇ, ਇਹ ਜਿਹੜੇ ਵੀ ਇਸ ਤਰ੍ਹਾਂ ਦੇ ਪ੍ਰਾਈਮ ਡੇ ਆਉਂਦੇ ਨੇ ਜਿੱਥੇ ਖਰੀਦਦਾਰੀ ਜ਼ਿਆਦਾ ਹੁੰਦੀ ਹੈ, ਉਦੋਂ ਠੱਗੀ ਦੀਆਂ ਸੰਭਾਵਨਾਵਾਂ ਜ਼ਿਆਦਾ ਹੋ ਜਾਂਦੀਆਂ ਜੀ। ਇਹ ਗੱਲ ਠੀਕ ਹੈ ਕਿ ਆਨਲਾਈਨ ਤੇ ਵੈਸੇ ਹਰ ਰੋਜ਼ ਹੀ ਤੁਸੀਂ ਖੋਲਦੇ ਆ, ਆਪਣੇ ਟੈਕਸਟ ਖੋਲ ਲਓ, ਤੁਸੀਂ ਈਮੇਲ ਖੋਲ ਲਓ, ਗੂਗਲ ਕਰਕੇ ਦੇਖ ਲਓ ਜੀ, ਤੇ ਕੋਈ ਨਾ ਕੋਈ ਠੱਗ ਹੁੰਦਾ ਉੱਥੇ। ਬਿਲਕੁਲ। ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਘਾਤ ਲਾ ਕੇ ਬੈਠਾ ਆਹ ਚੀਜ਼ ਲਓ ਜਾਂ ਆਹ ਤੁਹਾਨੂੰ ਮਿਲਣ ਵਾਲੀ ਆ। ਇਹ ਹੁਣ ਐਮਾਜ਼ੋਨ ਦੀ ਪ੍ਰਾਈਮ ਟਾਈਮ ਆਇਆ ਹੈ ਜੀ, ਤੇ ਪ੍ਰਾਈਮ ਡੇਜ਼ ਦੇ ਵਿੱਚ ਉਹਨਾਂ ਨੇ ਸੇਲ ਬਹੁਤ ਜ਼ਿਆਦਾ ਵੱਡੀ ਲਾਈ ਹੁੰਦੀ ਹੈ ਐਮਾਜ਼ੋਨ ਤੇ ਇਹਦੇ ਵਿੱਚ ਬਹੁਤੀਆਂ ਕੰਪਨੀਆਂ ਜਿਹੜੀਆਂ ਠੱਗੀ ਵਾਲੀਆਂ ਆ, ਉਹਨਾਂ ਨੇ ਇੱਕ ਈਮੇਲ ਬਣਾਈ ਆ ਜਾਂ ਸਾਈਟ ਬਣਾਈ ਆ ਜੇ ਤੇ ਬਿਲਕੁਲ ਲੱਗਦਾ ਵੀ ਉਹ ਐਮਾਜ਼ੋਨ ਨੇ ਬਣਾਈ ਹੋਈ ਜੀ। ਬਿਲਕੁਲ। ਉਹਨਾਂ ਦੀ ਕਾਪੀ ਕੀਤੀ ਹੈ, ਉਹੀ ਲੋਗੋ ਆ, ਉਹੀ ਸਭ ਕੁਝ ਆ, ਉਹਨਾਂ ਦੇ ਨਾਂ ਤੇ ਈਮੇਲ ਬਣਾਈਆਂ ਹੋਈਆਂ, ਉਹਨਾਂ ਦੇ ਨਾਂ ਤੇ ਵੈਬਸਾਈਟ ਬਣਾਈ ਹੋਊਗੀ। ਤਾਂ ਉਹ ਲੋਕਾਂ ਨੂੰ ਇੱਕ
ਕੱਲ ਸਾਡੇ ਡਿਪਾਰਟਮੈਂਟ, ਸਾਡੇ IT ਡਿਪਾਰਟਮੈਂਟ ਕਰਦਾ ਹੁੰਦਾ ਇਦਾਂ ਦੀਆਂ ਗੱਲਾਂ ਚੈੱਕ, ਤੇ ਉਹ ਸਾਨੂੰ ਦੱਸਦੇ ਸੀ, ਭੇਜਦੇ ਸੀ ਈਮੇਲਸ ਕਰਕੇ ਕਿ ਜਦੋਂ ਤੁਸੀਂ ਗੂਗਲ ਕਰਦੇ ਆ ਨਾ ਜੀ, ਜਦੋਂ ਕੋਈ ਵੀ ਗੱਲ, ਅਸੀਂ ਬਹੁਤ ਸਾਰੀ ਗੂਗਲ ਕਰਦੇ ਹੁਣ, ਤੇ ਉਹ ਤੁਸੀਂ ਗੂਗਲ ਕਰਨ ਲੱਗਿਆ ਤੇ ਇੱਕ ਸਾਈਟ ਪ੍ਰੌਪ ਅਪ ਹੁੰਦੀ ਸੀ ਉਹ ਕੱਲ ਬਹੁਤ ਜ਼ਿਆਦਾ, ਤੇ ਉਸ ਸਾਈਟ ਦੇ ਵਿੱਚੋਂ ਲੱਗਦਾ ਜਿੱਦਾਂ ਗੂਗਲ ਵਾਲਿਆਂ ਨੇ ਆਪਣੇ ਆਪ ਹੀ, ਤੇ ਉਹ ਬੰਦੇ ਨੂੰ ਕਹਿੰਦੇ ਵੀ ਤੁਸੀਂ ਜਿੱਤ ਗਏ ਆ, ਇਹ ਅਸੀਂ ਲੱਖਵੇਂ ਜਾਂ 10ਵੇਂ ਜਾਂ ਪਤਾ ਨਹੀਂ ਉਹ ਕਿਹੜਾ ਆંકੜਾ ਦਿੱਤਾ ਸੀ ਉਹਨਾਂ ਨੇ, ਤੁਸੀਂ ਉਹ ਇੰਨਵੇਂ ਰੀਡਰ ਆ, ਉਹਨੂੰ ਅਸੀਂ ਅਵਾਰਡ ਦਿੰਨੇ ਆ। ਤਾਂ ਅਵਾਰਡ ਦੇਣ ਲਈ ਤਾਂ ਉਹਨਾਂ ਨੇ ਬਣਾਇਆ ਇਸ ਢੰਗ ਨਾਲ ਆ ਕਿ ਉਹ ਲੱਗਦਾ ਕਿ ਵਾਕਿਆ ਹੀ ਇਹ ਠੀਕ ਗੱਲ ਆ। ਉਹਦੇ ਵਿੱਚ ਤੁਹਾਨੂੰ ਕੁਐਸਚਨ ਆਨਸਰ ਕਰਨੇ ਪੈਂਦੇ ਆ ਵੀ ਤੁਸੀਂ ਫੋਨ ਕਿਹੜਾ ਕਰਦੇ ਆ, ਆਈਫੋਨ ਯੂਜ਼ ਕਰਦੇ ਆ, ਸੈਮਸੰਗ ਦਾ ਯੂਜ਼ ਕਰਦੇ ਆ, ਕੰਪਿਊਟਰ ਕਿਹੜਾ ਯੂਜ਼ ਕਰਦੇ ਆ, ਤੇ ਤੁਸੀਂ ਸੌਫਟਵੇਅਰ ਕਿਹੜਾ ਯੂਜ਼ ਕਰਦੇ ਆ। ਇਸ ਤਰ੍ਹਾਂ ਨਾਲ ਲੱਗੇ ਵੀ ਤੁਹਾਨੂੰ ਇਹ ਲੈਜਿਟਿਮੇਟ ਹੈ ਗੱਲ, ਤੇ ਅਖੀਰ ਦੇ ਵਿੱਚ ਜਾ ਕੇ ਉਹ ਕਹਿੰਦੇ ਵੀ ਤੁਸੀਂ ਜਿੱਤ ਗਏ ਆ। ਇਹਦੇ ਵਿੱਚ ਤੁਹਾਨੂੰ ਲੈਪਟਾਪ ਮਿਲ ਸਕਦਾ, ਤੁਹਾਨੂੰ ਆਈਫੋਨ ਮਿਲ ਸਕਦਾ ਹੈ, ਜਾਂ ਉਹਨਾਂ ਨੇ ਕੋਈ ਹੋਰ ਆਈਟਮ ਦਿੱਤੀਆਂ ਸੀ ਵੀ ਤੁਹਾਨੂੰ ਫ੍ਰੀ ਮਿਲਣਾ ਇਹ, ਪਰ ਉਹਦੇ ਵਿੱਚ ਤੁਹਾਨੂੰ $1 ਜਾਂ $2 ਦੇਣੇ ਪੈਣੇ ਆ ਸਿਰਫ। ਮਤਲਬ ਇਹ ਜਿਹੜਾ ਟ੍ਰਿਕ ਆ ਉਹ ਇੱਥੇ ਆ। ਹੁਣ $1 ਜਾਂ $2 ਦੇਣ ਲਈ ਉਹ ਫਿਰ ਕਹਿੰਦੇ ਵੀ ਤੁਸੀਂ ਸਾਡੀ ਇਨਫੋਰਮੇਸ਼ਨ ਲਿਖ ਦਿਓ, ਇੱਥੇ ਸਾਰੀ ਆਪਣਾ ਨਾਂ, ਪਤਾ ਤੇ ਕਾਰਡ, ਵੀਜ਼ਾ ਕਾਰਡ ਨੰਬਰ, ਮਾਸਟਰ ਕਾਰਡ ਨੰਬਰ ਸਾਨੂੰ ਦਿਓ $1 ਜਾਂ $2 ਲਈ ਬਸ, ਬਾਕੀ ਤੁਹਾਡੇ ਅਸੀਂ ਪੈਸੇ ਨਹੀਂ ਲੈਣੇ। ਇਹਦਾ ਮਤਲਬ ਉਹ ਤੁਹਾਡੀ ਇਨਫੋਰਮੇਸ਼ਨ ਲੈ ਰਹੇ ਆ ਤੇ ਤੁਹਾਡਾ ਕਾਰਡ ਨੰਬਰ ਲੈਣਾ ਚਾਹੁੰਦੇ ਆ। ਬਿਲਕੁਲ, ਕਿਉਂਕਿ ਜਦੋਂ ਇਹ ਇਨਫੋਰਮੇਸ਼ਨ ਭਰੋਗੇ, CVV ਨੰਬਰ ਵੀ ਭਰੋਗੇ, ਸਾਰਾ ਕੁਝ ਭਰਨਾ, ਉਹਨੇ ਸਾਰਾ ਕੁਝ ਭਰਨ ਲਈ, ਤੇ ਇਹ ਟਰੈਕ ਹੈਗਾ ਉਹਨਾਂ ਦੇ ਕੋਲ ਸਾਰੇ ਪੈਸੇ ਕਢਾਉਣ ਦਾ ਤੁਹਾਡਾ। ਤੇ ਉਹ ਬੰਦੇ, ਕਈ ਬੰਦੇ ਫਸਦੇ ਵੀ ਹੋਣੇ ਹੀ ਆ ਜਿਹੜੇ ਏਡੇ ਵੱਡੇ ਪੱਧਰ ਤੇ ਕਰ ਰਹੇ ਆ। ਬੰਦਾ ਸੋਚਦਾ ਵੀ ਦੇਖੋ ਜਿਹੜੀ 2000 ਦੀ ਚੀਜ਼ ਮੈਨੂੰ $1 ਜਾਂ $2 ਚ ਮਿਲ ਜਾਣੀ, ਉਹ ਚ ਐਗਜ਼ੈਕਟਲੀ ਲਿਖਿਆ ਹੈ $1 or $2। ਮਤਲਬ ਇੱਥੇ ਥੋੜੀ ਜਿਹੀ ਉਹ ਕਹਿੰਦੇ ਵੀ ਸ਼ੱਕ ਆਉਣੀ ਚਾਹੀਦੀ ਹੈ ਲੋਕਾਂ ਨੂੰ ਵੀ ਜਾਂ ਤਾਂ 1 ਕਹੋ ਜਾਂ 2 ਕਹੋ। ਤੇ $1 ਜਾਂ $2 ਲਈ ਤੁਸੀਂ ਬੰਦੇ ਦਾ ਵੀਜ਼ਾ ਲੈਣ ਲੱਗੇ ਆ, ਉਹਨੂੰ ਕਹੋ ਵੀ ਡਿਲੀਵਰੀ ਕਰਾਂਗੇ ਤਾਂ ਉਦੋਂ ਦੇ ਦੇਂਗੇ ਉਸ ਵੇਲੇ $2 ਔਨ ਡਿਲੀਵਰੀ। ਤੇ ਹਰ ਇੱਕ ਸਮੇਂ ਤੇ ਜਦੋਂ ਵੀ ਬਲੈਕ ਫਰਾਈਡੇ ਆਉਂਦਾ ਉਦੋਂ ਵੀ ਸਕੈਮ ਹੋਣੇ, ਜ਼ਿਆਦਾ ਹੋਣੇ ਆ। ਮਤਲਬ ਸਕੈਮ ਤਾਂ ਹਰ ਰੋਜ਼ ਹੀ ਹੁੰਦੇ ਆ, ਪਰ ਉਹਨਾਂ ਮੌਕਿਆਂ ਦੇ ਵਿੱਚ ਜਿੱਦਾਂ ਮਾਘੀ ਮੇਲੇ ਦੇ ਵਿੱਚ ਬੰਦੇ ਜ਼ਿਆਦਾ ਹੁੰਦੇ ਆ ਨਾ, ਤੇ ਉਹ ਉਹਨਾਂ ਦਿਨਾਂ ਦੇ ਵਿੱਚ ਉਸ ਤਰੀਕੇ ਦੇ ਸਕੈਮ ਥੋੜੇ ਜ਼ਿਆਦਾ ਹੋ ਜਾਂਦੇ। ਪਰ ਇਹਨਾਂ ਦੀ ਇੱਕ ਸਕੈਮਸਟਰ ਜਿਹੜੇ ਸਕੈਮ ਕਰਦੇ ਆ, ਉਹ ਤੁਹਾਡੇ ਇਸ ਤਰ੍ਹਾਂ ਪੇਸ਼ ਕਰਦੇ ਵੀ ਤੁਸੀਂ ਕੁਝ ਜਿੱਤਿਆ। ਇਹਦਾ ਪੌਂਜੀ ਸਕੀਮ ਆ, ਜਿਹੜੇ ਮਿਸਟਰ ਪੌਂਜੀ ਨੇ ਸ਼ੁਰੂ ਕੀਤੀਆਂ ਸੀ, ਉਹਦੇ ਨਾਂ ਤੇ ਪਈਆਂ ਨਾ। ਪੌਂਜੀ ਨੇ ਸਕੀਮ ਸ਼ੁਰੂ ਕੀਤੀ ਸੀ ਵੀ ਤੁਹਾਡੇ ਪੈਸੇ ਦੁੱਗਣੇ ਹੋ ਜਾਂਦੇ ਆ, ਤਿੱਗਣੇ ਹੋ ਜਾਂਦੇ। ਬੰਦੇ ਨੂੰ ਲਾਲਚ ਹੋ ਜਾਂਦਾ ਵੀ ਮੈਂ 1000 ਨੂੰ 2000 ਕਰ ਲਵਾਂ, ਹੁਣੇ ਐਵੇਂ ਪਏ ਕੀ ਕਰਦੇ ਪਈ ਆ। ਉਹ 1000 ਦੇ ਵਿੱਚੋਂ 1000 ਗਿਆ, ਤੇ ਫਿਰ ਉਹ ਕਰਦੇ ਆ ਕਿ ਤੁਹਾਨੂੰ, ਤੁਸੀਂ ਇੰਨੇ ਪੈਸੇ ਤੁਹਾਨੂੰ ਮਿਲਣੇ ਆ। ਅੱਜ ਕੱਲ ਇਹ ਦੇਖਦੇ ਰਹਿੰਦੇ ਨੇ ਵੀ ਕਿਹੜੀ ਸਰਕਾਰ ਕਿਹੜੀ ਅਨਾਉਂਸਮੈਂਟ ਆਉਂਦੀ ਹੈ। CRA ਨੇ ਅਨਾਉਂਸਮੈਂਟ ਕੀਤੀ ਸੀ ਵੀ ਤੁਹਾਨੂੰ ਇੱਕ ਗਰੋਸਰੀ ਲਈ ਇਹਨਾਂ ਨੇ ਰੀਬੇਟ ਦੇਣਾ ਸੀ, ਤੇ ਉਹਦੇ ਚ $234 ਇੱਕ ਬੰਦੇ ਨੂੰ ਆਉਣੇ ਆ, ਪਰਿਵਾਰ ਨੂੰ ਜ਼ਿਆਦਾ ਆਉਣੇ ਆ। ਤੇ ਉਹ ਫਿਰ ਭੇਜਦੇ ਆ ਮੈਸੇਜ ਵੀ ਤੁਹਾਨੂੰ ਇੰਨੇ ਪੈਸੇ ਮਿਲਣੇ ਆ, ਤੇ ਪਰ ਉਹ ਪੈਸੇ ਲੈਣ ਲਈ ਤੁਸੀਂ ਆਪਣਾ ਸੋਸ਼ਲ ਇੰਸ਼ੋਰੈਂਸ ਨੰਬਰ ਦਿਓ, ਸਾਨੂੰ ਸਭ ਕੁਝ ਦਿਓ। ਇੱਕ ਤਾਂ ਉਹ ਕੱਲੀ ਇਨਫੋਰਮੇਸ਼ਨ ਹੀ ਤੁਹਾਡੇ ਤੋਂ ਗੈਦਰ ਕਰਦੇ ਆ, ਤੇ ਦੂਸਰੇ ਹੈਗੇ ਬੰਦੇ ਜਿਹੜੇ ਕਹਿੰਦੇ ਕਿ ਪੈਸੇ ਤੁਹਾਡੇ ਮਿਲ ਜਾਣੇ ਆ, ਪਰ ਇਹ ਡਾਇਰੈਕਟਲੀ ਡਿਪੋਜ਼ਿਟ ਕਰਨ ਲਈ ਸਾਨੂੰ ਬੈਂਕ ਦੀ ਇਨਫੋਰਮੇਸ਼ਨ ਚਾਹੀਦੀ ਹੈ। ਤਾਂ ਬੈਂਕ ਦੀ ਤੁਹਾਡੀ ਸਾਰੀ ਇਨਫੋਰਮੇਸ਼ਨ ਲੈ ਲਈ ਤਾਂ ਉਹਨੇ ਬੈਂਕ ਚੋਂ ਪੈਸੇ ਕਢਾ ਲੈਣੇ, ਸਾਫ਼ ਕਰ ਦੇਣਾ ਉਹ ਤੁਹਾਡਾ। ਜਾਂ ਜਿਨ੍ਹਾਂ ਨੇ ਏਦਾਂ ਕੀਤਾ ਹੁੰਦਾ, ਉਹ ਕਹਿੰਦੇ ਆ ਵੀ ਤੁਹਾਨੂੰ $20,000 $15,000 $25,000 ਨਿਕਲਣਾ ਆ, ਉਹ ਦੇਣ ਡਿਪੋਜ਼ਿਟ ਕਰਾਉਣ ਲਈ ਤੁਸੀਂ ਸਾਨੂੰ $200 $250 ਡਿਪੋਜ਼ਿਟ ਕਰਾਓ ਪਹਿਲਾਂ, ਤਾਂ ਮਿਲਣੇ ਉਹ ਪੈਸੇ। ਸੋ ਬਾਟਮ ਲਾਈਨ ਸਾਰਿਆਂ ਦੀ ਇਹ ਆ ਵੀ ਉਹਨਾਂ ਨੂੰ ਪਤਾ ਵੀ ਲੋਕੀ ਲਾਲਚੀ ਆ।
ਹਰ ਇੱਕ ਬੰਦਾ ਚਾਹੁੰਦਾ ਕਿ ਮੈਨੂੰ ਜੇ ਮੈਂ ਇੱਕ ਪੰਜੀ ਖਰਚਾਂ ਤਾਂ ਉਹ ਰੁਪਈਆ ਬਣ ਕੇ ਮੁੜ ਕੇ ਆਵੇ। ਉਹਨਾਂ ਨੂੰ ਵੀ ਪਤਾ ਹੈ ਤੇ ਉਹ ਇਸ ਚੀਜ਼ ਦਾ ਫਾਇਦਾ ਉਠਾਉਂਦੇ ਆ। ਹਰੇਕ ਬੰਦੇ ਦੇ ਮਨ ਦੇ ਵਿੱਚ ਆ ਜਾਂਦਾ ਹੈ ਕਿਸੇ ਦੇ ਵਿੱਚ ਉਹਨਾਂ ਨੂੰ ਕੀ ਬੰਦਾ ਚਾਹੀਦਾ। ਜੇ ਉਹਨਾਂ ਨੇ ਲੱਖ ਈਮੇਲ ਭੇਜੀ ਆ, ਉਹਨਾਂ ਦੇ ਵਿੱਚੋਂ 500 ਬੰਦੇ ਵੀ ਉਹਨਾਂ ਨੂੰ ਜਵਾਬ ਦੇ ਦੇਣ, 500 ਬੰਦਾ ਫਸ ਜਵੇ ਉਹਨਾਂ ਦੇ ਕੋਲ, ਤਾਂ ਉਹਦੇ ਕੋਲ ਨਫ ਪੈਸੇ ਬਣਾ ਲੈਣੇ। ਫਿਰ ਉਦੋਂ ਕੋਈ ਹੋਰ ਸਕੈਮ ਕਿਹੜੇ ਘਟਿਆ ਇੱਥੇ, ਉਦੋਂ ਬਾਅਦ ਕੋਈ ਹੋਰ ਸਕੈਮ ਕਰਨਗੇ। ਤਾਂ ਕਾਊਂਟ ਉਹ ਇਹ ਤੇ ਹੀ ਕਰਦੇ ਵੀ 100 ਚੋਂ ਇੱਕ ਬੰਦਾ ਤਾਂ ਹੋਊਗਾ ਹੀ ਫਸੂਗਾ। ਫਸਣ ਵਾਲੇ ਤਾਂ ਜ਼ਿਆਦਾ ਵੀ ਹੋ ਸਕਦੇ ਆ, ਪਰ ਇੱਕ ਤਾਂ ਹੈ ਹੀ ਨਾ ਜਿਹਨੇ ਲਾਲਚ ਦੇ ਵਿੱਚ ਫਸਣਾ ਆ। ਦਿਹਾੜੀ ਬਣ ਜਾਣੀ ਉਹਨਾਂ ਦੀ ਦਿਹਾੜੀ ਬਣ ਜਾਂਦੀ ਹੈ। ਆਪਣੇ ਨਹੀਂ ਪਰਲ ਗਰੁੱਪ ਵਾਲਿਆਂ ਨੇ ਪੰਜਾਬ ਦੇ ਵਿੱਚ ਦੇਖੋ ਚੈਟ ਸਕੈਮ ਬਣਾਇਆ ਸੀ। ਉਹ ਲੋਕਾਂ ਨੂੰ ਦੇਖਿਆ ਵੀ ਵਾਕਿਆ ਹੀ ਲੋਕੀ ਚਾਹੁੰਦੇ ਵੀ ਪੈਸੇ ਸਾਡੇ ਵਧਣ। ਚੈਟਸ ਖਰੀਦ ਲਓ, ਵੀ ਤੁਸੀਂ ਲੱਖ ਦੀ ਇਨਵੈਸਟਮੈਂਟ ਕੀਤੀ, ਤੁਹਾਡੇ 5 ਲੱਖ ਹੁਣੇ ਹੀ ਬਣ ਜਾਣੇ। ਬਸ ਉਹ ਲੱਖ ਲਾ ਕੇ ਛੱਡ ਗਏ ਉਹ ਪੈਸੇ। ਤਾਂ ਉਹ ਕਿੱਧਰ ਗਏ ਆ? ਜਿੱਧਰ ਗਏ ਕਹਿੰਦੇ ਹੁੰਦੇ ਬਾਣੀ ਆ, ਉਧਰ ਗਏ ਬਾਜ਼ਾਰ। ਉਧਰ ਉਹਨਾਂ ਨੇ ਉਹ ਵਾਕਿਆ ਹੀ ਉਹਨਾਂ ਦੇ 25 ਲੱਖ ਬਣ ਗਏ। ਪਾਰਲਰ ਗਰੁੱਪ ਵਾਲੇ ਤਾਂ ਬਣ ਗਏ ਉਹਦੇ ਤਾਂ ਬਣ ਗਏ ਜੀ। ਇਹਨਾਂ ਕੰਪਨੀਆਂ ਦੇ ਵੀ ਬਣ ਜਾਂਦੇ ਆ ਜਿਹੜੀਆਂ ਕਰਦੇ ਆ। ਤਾਂ ਸਕੈਮਸਟਰਸ, ਫਰਾਡਸਟਰਸ ਕਾਫੀ ਮਤਲਬ ਤੁਸੀਂ ਕਹ ਲਓ ਸੌਫਟਵੇਅਰ ਇਹਨਾਂ ਦਾ ਕਾਫੀ ਕਾਮਯਾਬ ਆ, ਕਿਉਂਕਿ ਸੌਫਟਵੇਅਰ ਰਾਹੀਂ ਤੁਹਾਡੇ ਤੋਂ ਸਾਰੀ ਇਨਫੋਰਮੇਸ਼ਨ ਲੈਂਦੇ ਆ ਜੀ, ਇੰਨੀ ਕੱਢਦੇ ਆ ਤਾਂ ਕਿ ਸਫਾਇਆ ਕੀਤਾ ਜਾ ਸਕੇ। ਬਿਹਾਰ ਦੇ ਵਿੱਚ ਤਾਂ ਬਕਾਇਦਾ ਇੱਕ ਪਿੰਡ ਹੈ ਜੀ ਜਿਹੜਾ ਸਾਰੇ ਦਾ ਸਾਰਾ ਪਿੰਡ ਹੀ ਇਹ ਕੰਮ ਕਰਦਾ ਹੈ, ਔਰ ਅੱਜ ਤੱਕ ਮਤਲਬ ਕਿ ਉੱਥੇ ਪੁਲਿਸ ਚੌਂਕੀ ਵੀ ਹੈਗੀ ਹੈ, ਪਰ ਉਹਨਾਂ ਦਾ ਵਿਗਾੜ ਕੁਝ ਨਹੀਂ ਸਕੇ, ਕਿਸੇ ਇੱਕ ਤੇ ਵੀ ਕੇਸ ਦਰਜ ਨਹੀਂ ਹੋ ਸਕਿਆ। ਸਾਡੇ ਇਲਾਕੇ ਦੇ ਵਿੱਚ ਫਲੋਰ ਪੁਲਿਸ ਅਕੈਡਮੀ ਆ ਜੀ। ਇਦੋਂ ਤੁਸੀਂ ਮੇਰਾ ਖਿਆਲ 3 ਮੀਲ ਤੇ ਹੀ ਜਾਓ ਨਾ, ਇੱਕ ਚੋਰਾਂ ਦਾ ਪਿੰਡ ਆ ਜੀ। ਮੈਨੂੰ ਹੁਣ ਪਿੰਡ ਦਾ ਨਾਂ ਚੇਤਾ ਭੁੱਲ ਗਿਆ। ਜੇ ਤੁਸੀਂ ਫਲੋਰ ਤੋਂ ਤਲਵਣ ਵਾਲੀ ਸੜਕ ਤੇ ਜਾਂਦੇ ਆ ਤਾਂ ਸਾਰਾ ਪਿੰਡ ਹੀ ਚੋਰਾਂ ਦਾ ਆ। ਤੇ ਉਹਦੇ ਵਿੱਚੋਂ ਕਹਿੰਦੇ ਹੁੰਦੇ ਆ ਵੀ ਜੇ ਕੋਈ ਚੋਰੀ ਹੋਈ ਆ ਤੇ ਇਹਨਾਂ ਨੂੰ ਪਤਾ ਹੋਣਾ, ਜੇ ਨਹੀਂ ਇਹਨਾਂ ਨੇ ਨਹੀਂ ਕੀਤੀ ਤਾਂ ਇਹਨਾਂ ਨੂੰ ਪਤਾ ਜ਼ਰੂਰ ਹੋਣਾ। ਬਿਲਕੁਲ। ਤੇ ਉਹ ਕਹਿੰਦੇ ਕਿ ਲੋਕੀ ਇੱਕ ਦੂਜੇ ਬਾਰੇ ਕਦੇ ਨਹੀਂ ਦੱਸਦੇ ਵੀ ਇਹਨੇ ਚੋਰੀ ਕੀਤੀ ਹੈ। ਥਾਣੇ ਵਾਲਿਆਂ ਨੂੰ ਪਤਾ ਹੁੰਦਾ ਜੀ। ਥਾਣੇ ਵਾਲਿਆਂ ਨੇ ਉਹਨਾਂ ਨਾਲ ਰੱਖਿਆ ਹੋਊਗਾ, ਹਿੱਸੇਦਾਰੀ ਰੱਖੀ ਹੋਣੀ ਹੈ। ਬਿਲਕੁਲ। ਸੋ ਇੱਥੇ ਜਿਹੜੀ ਅੱਜ ਕੱਲ ਜਿਹੜੀ ਚੋਰੀ ਹੋਈ ਆ, ਇਹਦਾ ਸਟੈਂਡਰਡ ਵੱਧ ਗਿਆ, ਇਹ ਆਨਲਾਈਨ ਹੋ ਗਈ ਹੈ ਜੀ। ਤੇ ਆਨਲਾਈਨ ਵੀ ਉਹ ਕਰਦੇ ਆ ਜਿਹੜੇ ਸੌਫਟਵੇਅਰ ਦੇ ਜਾਣਕਾਰ ਆ। ਬਿਲਕੁਲ। ਇਹ ਮਾੜੇ ਮੋਟੇ ਬੰਦੇ ਨਹੀਂ, ਪੜ੍ਹੇ ਲਿਖੇ ਬੰਦੇ। ਅੱਜ ਕੱਲ ਪੜ੍ਹੇ ਲਿਖੇ ਚੋਰ ਆ। ਬਿਲਕੁਲ। ਚੋਰੀ ਕਰਨੀ ਵੀ ਸੌਖੀ ਗੱਲ ਨਹੀਂ ਹੈ ਵੀ ਕਿਸੇ ਜੇਬ ਕੱਟ ਲਈ। ਸਹੀ ਗੱਲ ਹੈ। ਅੱਜ ਕੱਲ ਜੇਬ ਕੱਟਣੀ ਆ ਤਾਂ ਤੁਹਾਨੂੰ ਪੜ੍ਹੇ ਲਿਖੇ ਹੋਣ ਦੀ ਲੋੜ ਆ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਫੈਡਰਲ ਸਰਕਾਰ ਨੇ ਯੂਨਾਈਟਿਡ ਨੇਸ਼ਨ ਦੀ ਮਨੁੱਖੀ ਅਧਿਕਾਰ ਕਮੇਟੀ ਦੇ ਕਹਿਣ ਤੋਂ ਥੋੜੀ ਦੇਰ ਬਾਅਦ ਕਿਊਬਿਕ 'ਚ ਰਹਿ ਰਹੀ ਇੱਕ ਮਾਂ ਅਤੇ ਉਹਦੇ 3 ਬੱਚਿਆਂ ਦਾ ਜਿਹੜਾ ਡਿਪੋਰਟੇਸ਼ਨ ਦੇ ਜਿਹੜੇ ਆਰਡਰ ਸੀਗੇ ਉਹ ਕੈਂਸਲ ਕਰ ਦਿੱਤੇ। ਕੀ ਮਸਲਾ ਜੀ? ਇਹ ਦੇਖੋ, ਉਹਨਾਂ ਦੇ ਜਿਹੜੇ ਬੱਚੇ ਸੀਗੇ ਛੋਟੀ ਉਮਰ ਦੇ, ਤੇ ਉਹਨੂੰ ਡਿਪੋਰਟ ਕਰ ਰਿਹਾ ਮਾਂ ਨੂੰ ਤੇ ਨਾਲ ਹੀ ਬੱਚਿਆਂ ਨੂੰ। ਹਾਲਾਂਕਿ ਉਹਨਾਂ ਦਾ ਹਿਊਮੈਨਿਟੇਰੀਅਨ ਤੇ ਕੰਪੈਸ਼ਨੇਟ ਗਰਾਊਂਡ ਤੇ ਕੇਸ ਚੱਲ ਰਿਹਾ। ਉਹਨਾਂ ਦੀ ਡਿਪੋਰਟੇਸ਼ਨ ਲੱਗੀ ਹੋਣੀ ਆ ਜਦੋਂ ਉਹਨਾਂ ਨੇ ਪਹਿਲਾਂ ਕੋਈ ਕਿਸੇ ਕਾਨੂੰਨ ਦੇ ਅੰਡਰ ਕੋਈ ਗਲਤੀ ਕੀਤੀ ਹੋਣੀ ਹੈ, ਉਹਨਾਂ ਨੇ ਕੀਤਾ ਹੋਣਾ ਕੁਛ ਨਾ ਕੁਛ ਜਿਹਦੀ ਡਿਪੋਰਟੇਸ਼ਨ ਲੱਗੀ ਆ। ਜਾਂ ਉਹਨਾਂ ਦੀ ਸਕਸੈਸਫੁਲ ਨਾ ਰਹੀ ਹੋਵੇ। ਜੇ ਤੁਸੀਂ PR ਲਈ ਐਪਲੀਕੇਸ਼ਨ ਲਾਈ ਆ, ਜੇ ਉਹ ਕਾਮਯਾਬ ਨਹੀਂ ਰਹਿੰਦੀ, ਥੋੜੇ ਦੇਰ ਬਾਅਦ ਉਹ ਤੁਹਾਨੂੰ ਕਹਿੰਦੇ ਵੀ ਤੁਸੀਂ ਜਾਓ ਜੀ, ਐਕਸਪਲਸ਼ਨ ਆਰਡਰ ਦਿੰਦੇ ਵੀ ਤੁਸੀਂ ਜਾਓ ਇੱਥੋਂ, ਨਹੀਂ ਤਾਂ ਫਿਰ ਉਹ ਤਬਦੀਲ ਹੋ ਜਾਂਦਾ ਡਿਪੋਰਟੇਸ਼ਨ ਆਰਡਰ ਦੇ ਵਿੱਚ। ਅੱਛਾ, ਫਿਰ ਉਹ ਕੀ ਕਰਦੇ? ਹੁਣ ਦੇਖੋ ਇੱਥੇ ਸਾਡੀ ਪਾਲਿਸੀ ਕਿਹੋ ਜਿਹੀ ਆ, ਇਹਦੇ ਤੇ ਪਾਲਿਸੀ ਚੇਂਜ ਕਰਨ ਦੀ ਲੋੜ ਆ ਸਾਡੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਜੀ। 2 ਮਿਸਾਲ ਦੇਖ ਲਓ ਜਾ ਕੇ, ਬਹੁਤ ਹੀ ਚੇਂਜਸ ਦਾ ਕਰਨ ਵਾਲੀ ਆ ਜੀ। ਇੱਕ ਹੈਗੀ ਆ ਵੀ ਜਿਹੜਾ ਵੀ ਕੋਈ ਨੌਜਵਾਨ ਇੱਥੇ ਆਇਆ ਹੋਵੇ, ਕਈ ਵਾਰੀ ਕੋਈ ਨਾ ਕੋਈ ਗਲਤੀ ਕਰ ਲੈਂਦੇ, ਜਾਂ ਕਈ ਵਾਰੀ ਕੋਈ ਉਹਨਾਂ ਦੇ ਡਾਕੂਮੈਂਟ ਪੂਰੇ ਨਹੀਂ ਹੁੰਦੇ, ਜਿਸ ਕਰਕੇ PR ਲਾਉਂਦੇ, ਉਹ ਉਹਨਾਂ ਦੀ ਫੇਲ ਹੋ ਜਾਂਦੀ, ਉਹਨਾਂ ਨੂੰ ਡਿਪੋਰਟੇਸ਼ਨ ਲੱਗ ਜਾਂਦੀ। ਪਰ ਫਿਰ ਇੱਕ ਪਾਲਿਸੀ ਹੈਗੀ ਹੈ ਸਾਡੀ ਪਬਲਿਕ ਇੰਟਰਸਟ ਦੇ ਵਿੱਚ ਕਿ ਇਹਨਾਂ ਨੇ ਜੇ ਉਹਨੇ ਵਿਆਹ ਕਰਾ ਲਿਆ ਤਾਂ ਫਿਰ ਉਹਦੀ ਐਪਲੀਕੇਸ਼ਨ ਚੱਲ ਪੈਂਦੀ ਆ। ਜਿਹੜੀ ਵੀ ਕੈਨੇਡੀਅਨ ਕੁੜੀ ਹੋਵੇ ਜਾਂ ਮੁੰਡਾ ਹੋਵੇ,
ਉਹ ਸਪਾਂਸਰ ਕਰਦੇ ਆ ਸਪਾਊਸ ਨੂੰ, ਚਾਹੇ ਪੀਆਰ ਹੋਣ ਚਾਹੇ ਸਿਟੀਜ਼ਨ ਹੋਣ, ਤੇ ਉਸ ਬੰਦੇ ਨੂੰ ਮਿਲ ਜਾਣੀ ਇਵੈਂਚੁਅਲੀ। ਤੇ ਇਸੇ ਤਰ੍ਹਾਂ ਜੇ ਸਾਡਾ ਕੈਨੇਡਾ ਨੇ ਸਾਈਨ ਕੀਤੇ ਆ ਇੰਟਰਨੈਸ਼ਨਲ ਟ੍ਰੀਟੀ ਆ, ਉਹਨੂੰ ਕਹਿੰਦੇ ਆ ਬੈਸਟ ਇੰਟਰਸਟ ਆਫ ਦੀ ਚਾਈਲਡ ਜੀ, ਬੱਚਿਆਂ ਤੇ ਇੱਕ ਟ੍ਰੀਟੀ ਆ, ਸਾਰੇ ਮੁਲਕਾਂ ਨੇ ਕੀਤੀ ਆ, ਅਸੀਂ ਵੀ ਸਾਈਨ ਕੀਤੇ ਉੱਤੇ ਜੀ। ਤਾਂ ਉਹਦੇ ਤੇ ਅਖੀਰ ਦੇ ਵਿੱਚ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਜੱਜਮੈਂਟ ਦੇਖਣੀ ਹੋਵੇ, ਤੁਸੀਂ ਇਹ ਦੇਖਣਾ ਆ ਕਿ ਸਭ ਤੋਂ ਜੇ ਡਿਵੋਰਸ ਵੀ ਹੋ ਰਿਹਾ ਤੇ ਜਾਂ ਕਿਸੇ ਨੂੰ ਡਿਪੋਰਟ ਕਰ ਰਹੇ ਆ, ਕੋਈ ਵੀ ਮਾਮਲਾ ਆ ਜਾਂਦਾ, ਇਹ ਦੇਖਣਾ ਜੱਜ ਨੇ ਵੀ ਇਹ ਬੱਚਿਆਂ ਦਾ ਕੀ ਇੰਟਰਸਟ ਆ, ਉਹ ਤਾਂ ਨਹੀਂ ਪ੍ਰਭਾਵਿਤ ਹੋ ਰਹੇ, ਉਹਨਾਂ ਬੱਚਿਆਂ ਦੇ ਇੰਟਰਸਟ ਨੂੰ ਤੁਸੀਂ ਡਿਫੈਂਡ ਕਰਨਾ। ਦੇਖੋ, ਸੋ HNC ਜਿਹੜੇ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਆ, ਉਸ ਲਾਅ ਦੇ ਵਿੱਚ ਐਕਚੁਅਲੀ ਅਸੀਂ ਅਡਾਪਟ ਕੀਤੀ ਆ ਉਹ ਜੀ ਪਾਲਿਸੀ, ਇੰਟਰਨੈਸ਼ਨਲ ਜਿਹੜੇ ਸਾਈਨ ਕੀਤੀ ਉਹ ਐਕਚੁਅਲੀ ਅਡਾਪਟ ਕੀਤੀ ਆ। ਤਾਂ ਉਹਦੇ ਵਿੱਚ ਖਾਸ ਤੌਰ ਤੇ ਜਿਹਦੇ ਵੀ ਬੱਚੇ 18 ਸਾਲ ਤੋਂ ਘੱਟ ਆ, ਜਦੋਂ ਵੀ ਕੋਈ ਫੈਸਲਾ ਲੈਣਾ ਇਮੀਗ੍ਰੇਸ਼ਨ ਦੇ ਡਿਪਾਰਟਮੈਂਟ ਨੇ ਲੈਣਾ ਹੋਵੇ, ਜੱਜਸ ਨੇ ਲੈਣਾ ਹੋਵੇ, ਤਾਂ ਬਾਟਮ ਲਾਈਨ ਇਹ ਦੇਖਦੇ ਆ ਕਿ ਵਾਟ ਇਜ਼ ਇਨ ਦੀ ਬੈਸਟ ਇੰਟਰਸਟ ਆਫ ਦੀ ਚਾਈਲਡ, ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ। ਸੁਪਰੀਮ ਕੋਰਟ ਨੇ ਪਿੱਛੇ ਜਿਹਾ ਫੈਸਲਾ ਦਿੱਤਾ ਸੀ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਵਾਲਿਆਂ ਨੇ ਵੈਸੇ ਤਾਂ ਕਹਿੰਦੇ ਰਹਿੰਦੇ ਅਸੀਂ ਹਾਂ ਜੀ ਬੱਚਿਆਂ ਦਾ ਇੰਟਰਸਟ ਦੇਖਦੇ ਹੁੰਦੇ, ਫਿਰ ਵੀ ਅਸੀਂ ਡਿਪੋਰਟ ਕਰੀ ਜਾਂਦੇ। ਇੱਕ ਬੱਚਾ 18 ਤੋਂ ਘੱਟੇ ਸੀ, ਉਹ ਸ੍ਰੀਲੰਕਾ ਤੋਂ ਆਇਆ ਸੀ, ਤਾਮਿਲ ਜੀ, ਤਾਂ ਉਹਨਾਂ ਦੀ ਡੀਪੋਰਟੇਸ਼ਨ ਲੱਗ ਗਈ ਉਹਨਾਂ ਤੇ। ਉਹਨਾਂ ਨੇ ਅਪੀਲ ਕਰ ਦਿੱਤੀ ਕਿ ਮੈਨੂੰ HNC ਦੇ ਅੰਡਰ ਰੱਖਿਆ ਜਾਵੇ, ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਤੇ ਮੈਨੂੰ PR ਰੱਖਿਆ ਜਾਵੇ, ਕਿਉਂਕਿ ਉਸ ਦੇਸ਼ ਦੇ ਵਿੱਚ ਸਿਵਲ ਵਾਰ ਲੱਗੀ ਆ, ਮੇਰਾ ਉੱਥੇ ਜਾਣਾ ਠੀਕ ਨਹੀਂ ਆ। ਇਹਨਾਂ ਨੇ ਚੱਕ ਕੇ ਉੱਥੇ ਡੀਪੋਰਟੇਸ਼ਨ ਲਾਤੀ, ਤਾਂ ਵੀ ਚੱਲ ਤੂੰ ਇੱਥੋਂ ਬਾਹਰ ਨਿਕਲ। ਉਹਨਾਂ ਨੇ ਅਪੀਲ ਕੀਤੀ ਤਾਂ ਅਖੀਰ ਸੁਪਰੀਮ ਕੋਰਟ ਤਾਈਂ ਪਹੁੰਚ ਗਈ ਉਹ। ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਵੀ ਕਿਹੋ ਜਿਹਾ ਗਧੇ ਰੱਖੇ ਆ ਤੁਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ 'ਚ, ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਇਹ ਮਾਈਨਰ ਬੰਦਾ ਆ, ਇੱਕ ਸਿਵਲ ਵਾਰ ਹੋ ਰਹੀ ਹੈ ਕੰਟਰੀ ਦੇ ਵਿੱਚ, ਉੱਥੇ ਇਹਨੂੰ ਭੇਜ ਰਹੇ ਆ, ਤੇ ਇੱਥੇ ਸਾਨੂੰ ਦੱਸੋ ਵੀ ਤੁਸੀਂ ਬੈਸਟ ਇੰਟਰਸਟ ਆਫ ਦਾ ਚਾਈਲਡ ਕਿੱਥੋਂ ਦੇਖਿਆ, ਤੁਸੀਂ ਕੀ ਸਮਝਦੇ ਆ। ਬਹੁਤ ਝਾੜਾਂ ਪਾਈਆਂ ਉਹਨਾਂ ਜੀ, ਬੜੀ ਸਖਤ ਆ ਉਹਨਾਂ ਦੀ ਸਟੇਟਮੈਂਟ, ਤੇ ਹੁਣ ਬਹੁਤ ਧਿਆਨ ਦਿੰਦੇ ਆ ਵੈਸੇ, ਪਰ ਇਹ ਕੰਟਰਡਿਕਸ਼ਨ ਇੱਕ ਪਾਲਿਸੀ ਦੇ ਵਿੱਚ ਇਹ ਆ ਵੀ ਜੇ ਕਿਸੇ ਦੇ ਡੀਪੋਰਟੇਸ਼ਨ ਲੱਗੀ ਆ, ਉਹਨਾਂ ਨੇ ਜਿੱਦਾਂ ਉਹਨਾਂ ਦਾ ਕੇਸ ਚੱਲਦਾ ਹੋਵੇ, ਹੋ ਸਕਦਾ ਉਹਦੇ ਵਿੱਚ ਜਿੱਦਾਂ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਤੇ ਕੇਸ ਲਾਇਆ, ਤਕਰੀਬਨ ਉਹ ਬੱਚੇ ਸੀ, ਮਾਈਨਰ ਬੱਚੇ ਨਾਲ ਸੀ, ਉਹਨਾਂ ਨੂੰ ਬੱਚਿਆਂ ਦਾ ਕਰਕੇ PR ਮਿਲਣੀ ਸੀ, ਉਹਨਾਂ ਨੂੰ ਅਡਲਟਸ ਦੇ ਨਾਲ ਨਹੀਂ ਕੋਈ ਲੈਣਾ ਦੇਣਾ। ਉਹ ਇਹ ਨਹੀਂ ਦੇਖਦੇ ਕਿ ਮਾਪੇ ਕਿੱਥੇ ਜਾਣਗੇ ਕਿੱਥੇ ਨਹੀਂ ਜਾਣ, ਉਹ ਕਹਿੰਦੇ ਵੀ ਇਹਨਾਂ ਬੱਚਿਆਂ ਦੇ ਇੰਟਰਸਟ ਦੇ ਵਿੱਚ ਇਹ ਆ ਵੀ ਇਹ ਇੱਥੇ ਰਹਿਣ, ਇਹਨਾਂ ਨੂੰ ਉਸ ਜਗ੍ਹਾ ਤੇ ਨਾ ਭੇਜਿਆ ਜਾਵੇ ਜਿੱਥੇ ਲੜਾਈ ਹੋ ਰਹੀ ਹੈ। ਅੱਛਾ, ਪਰ CBSA ਨੂੰ ਆਪਣੀ ਸਿਰਫ ਡੀਪੋਰਟੇਸ਼ਨ ਆਰਡਰ ਨਾਲ ਹੁੰਦਾ। ਇਹ ਉਹ ਏਜੰਸੀ ਆ ਜਿੱਥੇ ਤੁਸੀਂ ਫੋਨ ਕਰੋ ਨਾ CBSA ਨੂੰ ਵੀ ਫਲਾਨਾ ਬੰਦਾ ਇਲੀਗਲ ਫਲਾਨੀ ਜਗ੍ਹਾ ਤੇ ਕੰਮ ਕਰਦਾ ਹੈ, ਉਹਨੂੰ ਫੜੋ, ਇਹ ਕਦੇ ਨਹੀਂ ਜਾਣਗੇ। ਇਹ ਕਹਿਣਗੇ ਸਾਨੂੰ ਬਹਾਨੇ ਲਾਉਣਗੇ, ਸਾਡੇ ਤਾਂ ਸਟਾਫ ਹੀ ਹੈ ਨਹੀਂ, ਅਸੀਂ ਅੰਡਰ ਫੰਡਡ ਆ, ਅਸੀਂ ਇਹ ਆ, ਅਸੀਂ ਉਹ ਆ। ਜਿਹੜੇ ਬੰਦਿਆਂ ਦੇ ਐਕਚੁਅਲੀ ਕੇਸ ਚੱਲਦੇ ਆ, ਜਿੱਦਾਂ HNC ਦਾ ਕੇਸ ਚੱਲਦਾ ਸੀ ਉਹਨਾਂ ਦਾ, ਉਹਨਾਂ ਦੇ ਮਗਰ ਪਏ ਆ, ਉਹਨਾਂ ਨੂੰ ਇੱਥੋਂ ਕੱਢਣਾ ਹੀ ਕੱਢਣਾ ਸੀ। ਜਿਨ੍ਹਾਂ ਦੀ ਪੋਸੀਬਿਲਿਟੀ ਹੈਗੀ ਆ ਨਾ ਇੱਥੇ ਰਹਿਣ ਦੀ, ਹੁਣ ਇੱਕ ਕੋਈ ਨੌਜਵਾਨ ਦੀ ਐਗਜ਼ਾਮਪਲ ਲੈ ਲੈਂਦੇ ਆ, ਉਹ ਤੇ ਡੀਪੋਰਟੇਸ਼ਨ ਦੀ ਆਰਡਰ ਲੱਗੀ ਆ, ਉਦੋਂ ਬਾਅਦ ਉਹ ਵਿਆਹ ਕਰਾ ਲੈਂਦੀ ਹੈ ਜਾਂ ਵਿਆਹ ਕਰਾ ਲੈਂਦਾ ਹੈ, ਉਹਨੇ ਡੈਫੀਨਿਟਲੀ ਇੱਥੇ ਰਹਿਣਾ। ਕੈਨੇਡੀਅਨ ਲਾਅ ਇਹ ਆ ਵੀ ਕੋਈ ਵੀ PR ਹੋਵੇ ਜਾਂ ਸਿਟੀਜ਼ਨ ਹੋਵੇ, ਉਹਦਾ ਸਪਾਊਸ ਬਾਹਰ ਨਹੀਂ ਰਹੂਗਾ, ਉਹ ਕੈਨੇਡਾ ਦੇ ਵਿੱਚ ਰਹੂਗਾ, ਜੋ ਮਰਜ਼ੀ ਕਰ ਲਓ ਜੀ। ਅੱਛਾ, ਇਹਨਾਂ ਨੂੰ ਪਤਾ ਹੈ, ਜੇ ਤੁਹਾਨੂੰ ਪਤਾ ਹੈ ਵੀ ਇਸ ਬੰਦੇ ਨੇ ਕੀਤਾ ਆ ਕੇਸ, ਉਹ ਤੁਹਾਡੀ ਵੀ ਵੈਬਸਾਈਟ ਤੇ ਆ ਜਾਂਦਾ ਹੈ, ਸ਼ੇਅਰ ਕਰਦੇ ਇਹ CBSA ਦੇ ਨਾਲ, ਤੇ ਤੁਸੀਂ ਡੀਪੋਰਟੇਸ਼ਨ ਉਹਨਾਂ ਚਿਰ ਰੋਕ ਲਓ, ਜਦੋਂ ਉਹਨੂੰ PR ਮਿਲ ਗਈ ਤੁਸੀਂ ਡੀਪੋਰਟੇਸ਼ਨ ਤੁਹਾਡੀ ਵੈਸੇ ਖਤਮ ਹੋ ਜਾਣੀ ਹੈ। ਤੇ ਤੁਹਾਨੂੰ ਰਿਸੋਰਸਸ ਖਤਮ ਕਰਨ ਜਿਹੜੇ ਲਾਏ ਆ, 4-5 ਬੰਦੇ ਲਾ ਕੇ ਰੱਖਦੇ ਆ ਇੱਕ ਬੰਦੇ ਨੂੰ ਰਿਪੋਰਟ ਕਰਨ ਲਈ। ਕੋਈ ਉੱਥੇ ਇਹਨਾਂ ਨੂੰ ਅਕਸਰ ਲੋਕੀ ਖੋਲ ਦਿੰਦੇ ਆ, ਕਈ ਬੰਦੇ ਸਾਡੇ ਬੰਦਿਆਂ ਨੂੰ, ਪੰਜਾਬੀਆਂ ਨੂੰ ਪਤਾ ਨਹੀਂ ਕੀ ਡਰ ਆ, ਕੋਈ ਵਰਦੀ ਵਾਲੇ ਨੂੰ ਦੇਖ ਕੇ ਵੈਸੇ ਹੀ ਦਰਵਾਜ਼ਾ ਖੋਲ ਦਿੰਦੇ ਆ।
ਜਿੰਨਾ ਚਿਰ ਉਹਨਾਂ ਦੇ ਕੋਲ ਕੋਈ ਵਾਰੰਟ ਨਹੀਂ ਆ ਨਾ, ਰਿਸਰਚ ਵਾਰੰਟ ਨਹੀਂ ਆ, ਤੁਸੀਂ ਦਰਵਾਜ਼ਾ ਨਹੀਂ ਖੋਲੋ, ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਵੀ ਧੱਕਾ ਮਾਰ ਕੇ ਅੰਦਰ ਆ ਵੜਨ। ਉਹਨਾਂ ਤੁਸੀਂ ਸੇਫ ਆ, ਤੁਸੀਂ ਆਪਣੇ ਘਰ ਦੇ ਵਿੱਚ ਸੇਫ ਆ। ਫਸਦੇ ਉਦੋਂ ਆ ਜਦੋਂ ਇਹ ਝੀਤੀ ਮਾਰ ਕੇ ਦੇਖਦੇ ਆ ਵੀ ਇਹਦੇ ਵਰਦੀ ਪਾਈ ਆ, ਤਾਂ ਉਦੋਂ ਦਰਵਾਜ਼ਾ ਖੋਲ ਦਿੰਦੇ ਆ। ਨਹੀਂ, ਇਹ ਵਰਦੀ ਪਾਈ ਦਾ ਮਤਲਬ ਕੀ ਆ? ਵਰਦੀ ਪਾਈ ਦਾ ਚੋਰ ਵੀ ਆ ਸਕਦੇ, ਤਾਂ ਹੀ ਤਾਂ ਸਰਚ ਵਾਰੰਟ ਬਣਾਏ। ਬਿਲਕੁਲ, ਜੱਜ ਦੇ ਕੋਲੋਂ ਸਰਚ ਵਾਰੰਟ ਲੈਣਾ ਪੈਂਦਾ, ਫੇਰ ਆਣਗੇ ਤਾਂ ਫੇਰ ਉਹ ਅੰਦਰ ਆ ਸਕਦੇ, ਉਸ ਤੋਂ ਪਹਿਲਾਂ ਉਹ ਅੰਦਰ ਨਹੀਂ ਆ ਸਕਦੇ। ਬਿਲਕੁਲ। ਪਰ ਇੱਥੇ ਨੀਤੀ ਜਿਹੜੀ ਇਹਨਾਂ ਨੂੰ, ਜਿਹੜੀ ਪਾਲਿਸੀ ਆ, ਉਹ ਚੇਂਜ ਕਰਨ ਦੀ ਲੋੜ ਆ ਪਾਰਲੀਮੈਂਟ ਨੂੰ। ਵੀ ਜੇ ਇੱਕ ਪਾਸੇ ਪੋਸੀਬਿਲਿਟੀ ਹੈਗੀ ਆ ਬੰਦਿਆਂ ਦੀ HNC ਦੇ ਵਿੱਚ ਜਾਂ ਸਪਾਊਜ਼ਲ ਕੇਸ ਦੇ ਵਿੱਚ ਜਾਂ ਹੋਰ ਕਿਸੇ ਕੇਸ ਦੇ ਵਿੱਚ ਕਿ ਉਹਨਾਂ ਨੂੰ PR ਮਿਲ ਜਾਣੀ ਹੈ, ਫਿਰ ਉਹਨਾਂ ਦੀ ਡੀਪੋਰਟੇਸ਼ਨ ਕਮ ਸੇ ਕਮ ਉਹਨਾਂ ਚਿਰ ਤਾਂ ਰੋਕ ਲਓ ਜਿੰਨਾ ਚਿਰ ਉਹਨਾਂ ਨੂੰ PR ਨਹੀਂ ਮਿਲਦੀ। ਬਿਲਕੁਲ। ਉਧਰੋਂ PR ਦਾ ਪ੍ਰੋਸੈਸ ਲੱਗਾ ਹੁੰਦਾ ਤੇ ਉਧਰੋਂ ਇਹਨਾਂ ਦਾ ਡੀਪੋਰਟੇਸ਼ਨ ਦਾ ਪ੍ਰੋਸੈਸ ਲੱਗਾ ਹੁੰਦਾ। ਸਾਡੇ ਕੋਲ ਕਿੰਨੇ ਕੁ ਰਿਸੋਰਸਸ ਹੈਗੇ, ਕਿੰਨਾਂ ਤੋਂ ਬੰਦੇ ਹੈਗੇ। ਬਿਲਕੁਲ। ਜਿਨ੍ਹਾਂ ਬੰਦਿਆਂ ਦਾ ਤੁਹਾਨੂੰ ਪੱਕਾ ਪਤਾ ਹੈ ਵੀ ਇਹ ਬੰਦਾ ਚੋਰੀਆਂ ਕਰਦਾ ਫਿਰਦਾ ਹੈ, ਇਹਨੂੰ ਰਿਪੋਰਟ ਕਰੋ, ਉਹਨਾਂ ਲਈ ਰੌਲਾ ਪਾਉਣਗੇ, ਦੱਸਣਗੇ ਤੁਹਾਨੂੰ ਸਾਡੇ ਤੋਂ ਤਾਂ ਬੰਦੇ ਹੀ ਹੈ ਨਹੀਂ, ਸਾਡੇ ਤੋਂ ਤਾਂ ਰਿਸੋਰਸਸ ਹੀ ਹੈ ਨਹੀਂ, ਤੁਹਾਡੇ ਤੋਂ ਇਹਦੇ ਲਈ ਹੈ ਨਹੀਂ, ਦੂਸਰਿਆਂ ਦੇ ਜਿਨ੍ਹਾਂ ਨੇ ਇੱਥੇ ਰਹਿਣਾ ਆ, ਜਿਨ੍ਹਾਂ ਨੇ ਐਕਚੁਅਲੀ ਕੇਸ ਚੱਲਦਾ ਆ, ਉਹਨਾਂ ਲਈ ਹੈਗੇ ਆ। ਮਤਲਬ ਕੰਟਰਡਿਕਸ਼ਨ ਦੇਖੋ ਇਹਨਾਂ ਨੂੰ। ਬਿਲਕੁਲ ਕਰਦੇ ਆ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਫਸੇ ਆ ਜੀ। ਬਹੁਤੀ ਵਾਰੀ ਜਦੋਂ HNCs ਸਕਸੈਸਫੁਲ ਹੁੰਦੀਆਂ ਐਪਲੀਕੇਸ਼ਨ, ਉਹ ਇਸ ਕਰਕੇ ਹੁੰਦੀਆਂ ਕਿ ਬੈਸਟ ਇੰਟਰਸਟ ਆਫ ਦੀ ਚਾਈਲਡ ਇਜ਼ ਵੀ ਉਹ ਕੈਨੇਡਾ ਦੇ ਵਿੱਚ ਹੀ ਰਵੇ ਜੀ। ਸਾਰੀਆਂ ਕੋਰਟਸ ਨੇ, ਫੈਡਰਲ ਕੋਰਟ ਨੇ, ਫਿਰ ਸੁਪਰੀਮ ਕੋਰਟ ਨੇ ਵੀ ਇਹ ਇੱਕ ਵਾਰੀ ਨਹੀਂ 3600 ਵਾਰੀ ਕਿਹਾ ਇਹਨਾਂ ਨੂੰ ਜੀ ਵੀ ਜੇ ਕੈਨੇਡਾ ਦੇ ਮੁਕਾਬਲੇ ਤੁਸੀਂ ਕਿਸੇ ਨੂੰ ਘਾਨਾ 'ਚ ਭੇਜਣਾ ਹੋਵੇ, ਸੋਮਾਲੀਆ 'ਚ ਭੇਜਣਾ ਹੋਵੇ, ਤਾਂ ਉਸ ਬੱਚੇ ਦਾ ਬੈਸਟ ਇੰਟਰਸਟ ਇਹੀ ਆ ਵੀ ਕੈਨੇਡਾ ਦੇ ਵਿੱਚ ਰਵੇ ਜੀ। ਕੈਨੇਡੀਅਨ ਬੱਚਾ ਆ, ਇਹਨੂੰ ਉੱਥੇ ਭੇਜਣ ਦੀ ਕੋਈ ਲੋੜ ਨਹੀਂ। ਇਹਦੀ ਮੈਂਟਲ ਡਿਵੈਲਪਮੈਂਟ ਆ, ਇਹਦੀ ਫਿਜ਼ੀਕਲ ਡਿਵੈਲਪਮੈਂਟ ਆ, ਬੈਸਟ ਏਰੀਆ ਸੀ ਇਹੀ ਜਾਣਦੇ ਆ ਵੀ ਕੈਨੇਡਾ ਦੇ ਵਿੱਚ ਰਵੇ ਜੀ। ਬਿਲਕੁਲ। ਸੋ ਬਹੁਤੇ ਐਪਲੀਕੈਂਟਸ ਇਸੇ ਕਰਕੇ ਬਚਦੇ ਆ ਕਿ ਕੁਝ ਵੀ ਕੀਤਾ ਹੋਵੇ ਉਹਨਾਂ ਨੇ ਵੀ ਤੁਹਾਡੇ ਬੱਚੇ ਹੈਗੇ ਆ 18 ਸਾਲ ਤੋਂ ਥੱਲੇ ਆ, ਤੁਹਾਨੂੰ ਇੱਥੇ ਰਹਿਣ ਦੀ ਲੋੜ ਆ ਜੀ। ਪਰ ਸਾਡੇ ਇਮੀਗ੍ਰੇਸ਼ਨ ਦੇ ਸਟਾਫ ਨੂੰ, CBSA ਦੇ ਸਟਾਫ ਨੂੰ ਕਮ ਸੇ ਕਮ ਇਹਨਾਂ ਨੂੰ ਆਪਣੇ ਡਿਪਾਰਟਮੈਂਟ ਨੂੰ, ਮਿਨਿਸਟਰ ਨੂੰ, ਡਿਪਟੀ ਮਿਨਿਸਟਰ ਨੂੰ ਇੱਕ ਬੈਠ ਕੇ ਇਹਨਾਂ ਨੂੰ ਥੋੜੀ ਬਹੁਤੀ ਓਰੀਐਂਟੇਸ਼ਨ ਤਾਂ ਦੇਣੀ ਚਾਹੀਦੀ ਵੀ ਅਕਲ ਕਰਿਆ ਕਰੋ, ਕਿਉਂਕਿ ਅਕਲਾਂ ਬਗੈਰ ਖੂਹ ਖਾਲੀ, ਆ ਬੇਅਕਲੀ ਗੱਲ ਆ ਸਿੱਧੀ ਜੇ ਡਿਪੋਰਟੇਸ਼ਨ ਕਰਨ ਲੱਗੀ। ਜੀ ਜੀ। ਉਹਨਾਂ ਦੇ ਲਾਇਰ ਨੇ ਜਾ ਕੇ ਐਕਚੁਅਲੀ UN ਹਾਈ ਕਮਿਸ਼ਨ ਨੂੰ ਅਪੀਲ ਕੀਤੀ ਵੀ ਦੇਖੋ ਤੁਹਾਡੀ ਟ੍ਰੀਟੀ ਕੀਤੀ ਆ, ਅਸੀਂ ਮੰਨਦੇ ਆ ਤੇ ਸਾਨੂੰ ਇਹ ਡਿਪੋਰਟ ਕਰਨ ਲੱਗੇ। UN ਦੇ ਆਪਣੇ ਆਫਿਸ ਨੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਅਪੀਲ ਕੀਤੀ ਵੀ ਇਹਨਾਂ ਨੂੰ ਡਿਪੋਰਟ ਨਾ ਕਰੋ, ਤਾਂ ਜਾ ਕੇ ਡਿਪੋਰਟ ਕਰਨੋਂ ਹਟੇ। ਡਾਕਟਰ ਸਾਹਿਬ, ਸੈਨ ਫਰਾਂਸਿਸਕੋ ਦੇ ਡਰੱਗ ਡੀਲਰ ਜਿਹੜੇ ਆ, ਜਿਹੜੇ ਕਿ 3.5 ਲੱਖ ਡਾਲਰ ਸਾਲ ਦਾ ਕਮਾਉਂਦੇ ਆ ਇਸੇ ਕੰਮ ਚੋਂ, ਉਹ ਕਹਿੰਦੇ ਆ ਵੀ ਉਹ ਆਪਦਾ ਜਿਹੜਾ ਅਪਰਾਧਕ ਕੇਸ ਹੈ ਜਿਹੜੇ ਉਹਨਾਂ ਦੇ, ਉਹਦੇ ਸਬੰਧ ਦੇ ਵਿੱਚ ਉਹਦੇ ਚ ਬਚਾਅ ਵਾਸਤੇ ਜਿਹੜਾ ਪਬਲਿਕ ਡਿਫੈਂਡਰ ਹੈ ਉਹਦੇ ਕੋਲੋਂ ਕਾਨੂੰਨੀ ਜਿਹੜੀ ਹੈ ਸਹਾਇਤਾ ਲੈ ਸਕਦੇ ਆ। ਬੜੀ ਅਜੀਬੋ-ਗਰੀਬ ਗੱਲ ਹੈ। ਸਾਡੇ ਨਾਰਥ ਅਮਰੀਕਾ ਦੇ ਵਿੱਚ, ਈਵਨ ਵੈਸਟਰਨ ਯੂਰਪ ਵੀ ਇਹੀ ਆ ਜੀ ਕਿ ਇੱਕ ਕੈਟਾਗਰੀ ਗਿਣਦੇ ਆ ਕਿ ਇਹ ਅੰਡਰ ਦੀ ਪਾਵਰਟੀ ਲਾਈਨ ਹੈ। ਅੰਡਰ ਦੀ ਪਾਵਰਟੀ ਲਾਈਨ ਉਹਨੂੰ ਕਿੱਦਾਂ ਗਿਣਦੇ ਆ? ਜੋ ਤੁਸੀਂ ਇਨਕਮ ਆਪਣੀ ਸਰਕਾਰ ਨੂੰ ਦੱਸਦੇ ਆ, ਜੋ ਟੈਕਸ ਪੇਅਰ, ਜਿਹੜੀ ਹੁਣ ਟੈਕਸ ਪੇਅਰ ਨੇ, ਜਿਹੜਾ ਡਰੱਗ ਡੀਲਰ ਆ ਉਹਨੇ ਟੈਕਸ ਪੇਪਰ ਤਾਂ ਭਰਨੇ ਨਹੀਂ, ਉਹਨੇ ਇਹ ਤਾਂ ਕਹਿਣਾ ਨਹੀਂ ਮੈਂ 3.5 ਲੱਖ ਡਾਲਰ ਪਿਛਲੇ ਸਾਲ ਬਣਾ ਲਿਆ। ਤਾਂ ਉਹਨੂੰ ਫੜਿਆ ਕਿਸੇ ਨੇ, ਪੁਲਿਸ ਨੇ ਫੜ ਲਿਆ ਡਰੱਗ ਵੇਚਦਾ, ਤਾਂ ਉਹ ਤੇ ਚਾਰਜ ਲਾਤੇ। ਹੁਣ ਉਹ ਜਾਂਦਾ ਪਬਲਿਕ ਡਿਫੈਂਡਰ ਦੇ ਆਫਿਸ ਤੇ। US ਦੇ ਵਿੱਚ ਕਨਸਟੀਟਿਊਸ਼ਨਲ ਰਾਈਟ ਹੈ ਤੁਹਾਡਾ ਜੀ। ਤੁਸੀਂ ਜਾਂਦੇ ਆ ਪੁਲਿਸ ਦੇ ਦਫ਼ਤਰ 'ਚ, ਸਭ ਤੋਂ ਪਹਿਲਾਂ ਉਹ ਕਹਿੰਦੇ ਆ ਵੀ ਪੁਲਿਸ ਨੂੰ ਕੰਟੈਕਟ ਕਰ, ਤੁਸੀਂ ਲਾਇਰ ਨੂੰ ਆਪਣੇ ਨੂੰ ਕੰਟੈਕਟ ਕਰ ਸਕਦੇ। ਜੇ ਨਹੀਂ ਤਾਂ ਪਬਲਿਕ ਡਿਫੈਂਡਰਸ ਦਾ ਜਿਹੜਾ ਆਫਿਸ ਹੈ ਉਹ ਤੁਹਾਨੂੰ ਪ੍ਰੋਵਾਈਡ ਕਰੂਗਾ ਇੱਕ। ਹੁਣ ਪਬਲਿਕ ਡਿਫੈਂਡਰ ਦੇ ਜਿਹੜੇ ਆਫਿਸ ਸਾਡੇ, ਉਹ ਤਾਂ ਤੁਹਾਡੀ ਇਨਕਮ ਉਹੀ ਦੇਖਦੇ ਆ ਕਿ ਕਿੰਨੀ ਇਹਨਾਂ ਨੇ ਡਿਕਲੇਅਰ ਕੀਤੀ ਹੈ। ਉਹਨਾਂ ਨੇ ਇਹ ਨਹੀਂ ਦੇਖਣਾ, ਇਹ ਲੌਜੀਕਲੀ ਤਾਂ ਇਹ ਦੇਖਣਾ ਚਾਹੀਦਾ ਵੀ ਇਹ ਫਲਾਣੇ ਥਾਂ ਤੇ ਇੰਨੀ ਇਹਦੇ ਕੋਲ ਡਰੱਗ ਫੜੀ ਗਈ, ਇੰਨੀ ਵੇਚਦਾ ਸੀ, ਤੇ ਕਿੰਨੇ ਕੁ ਪੈਸੇ ਬਣਾਉਂਦਾ ਹੋਣਾ।
ਇਹ ਤਾਂ ਹੈਗੀ ਲੌਜੀਕਲ ਗੱਲ। ਨਹੀਂ, ਉਹ ਨਹੀਂ ਦੇਖਣੀ, ਉਹ ਤਾਂ ਪੇਪਰ ਵਰਕ ਦੇਖਣਾ ਵੀ ਪਿਛਲੇ ਸਾਲ ਕਿੰਨੇ ਭਰੇ ਸੀ। ਅਗਲਾ ਕਹਿੰਦਾ ਮੈਂ 17,000 ਭਰੇ ਸੀ, ਉਹਦੇ ਹਿਸਾਬ ਨਾਲ ਤਾਂ ਅੰਡਰ ਦੀ ਪਾਵਰਟੀ ਲਾਈਨ ਹੈ। ਜਿਹੜੀਆਂ ਤਕਰੀਬਨ ਹਰ ਇੱਕ ਸਕੀਮ ਜਿਹੜੀ ਆ ਸਰਕਾਰ ਦਿੰਦੀ ਆ, ਹੁਣ ਆ ਪੈਸੇ ਦਿੰਦੇ ਸੀ ਗਰੋਸਰੀ ਦੇ ਰੀਬੇਟਸ ਜੀ, ਇਹ ਉਹਨਾਂ ਨੂੰ ਦਿੰਦੇ ਆ ਜਿਨ੍ਹਾਂ ਦੀ ਇਨਕਮ ਘੱਟ ਆ। ਇਨਕਮ ਘੱਟ ਲੋਕਾਂ ਨੇ ਜਿਨ੍ਹਾਂ ਨੇ ਦੱਸੀ ਆ ਸਰਕਾਰ ਨੂੰ, ਜ਼ਰੂਰੀ ਨਹੀਂ ਵੀ ਉਹਨਾਂ ਦੀ ਇਨਕਮ ਘੱਟ ਆ। ਬਹੁਤ ਬਿਜ਼ਨਸ ਆ ਇੱਥੇ ਜਿਹੜੇ ਪੈਸੇ ਦਿਖਾੜਦੇ ਹੀ ਨਹੀਂ, ਕੈਸ਼ ਫੜੀ ਜਾਂਦੇ ਆ ਜੀ। ਸਾਡੇ ਪੰਜਾਬੀਆਂ ਦੇ ਬਹੁਤ ਬਿਜ਼ਨਸ ਆ ਜਿਹੜੇ ਕਿ ਲੱਖਾਂ ਡਾਲਰ ਬਣਾਉਂਦੇ ਆ, ਸਰਕਾਰ ਨੂੰ ਨਹੀਂ ਦੱਸਦੇ। ਸਰਕਾਰ ਨੂੰ ਦੱਸਣਗੇ ਵੀ ਮੇਰੀ 28,000 ਆ, ਮੇਰੀ 26,000 ਆ, ਮੇਰੀ 35,000 ਆ। ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜਾ 35,000 ਬੰਦਾ ਬਣਾਉਂਦਾ ਆ 10 ਸਾਲ ਤੋਂ, ਤੇ ਇਹਦੇ 4 ਘਰ ਆ। ਮਤਲਬ ਐਸੈਟ ਜੇ ਦੇਖਣੇ ਹੋਣ, ਉਹ ਕਦੇ ਐਸਟੀਮੇਟ ਨਹੀਂ ਲਾ ਕੇ ਦੇਖਦੇ ਵੀ ਇਹਦੇ ਐਸੈਟ ਕਿੰਨੇ ਆ ਤਾਂ ਇਹਦੀ ਇਨਕਮ ਕਿੰਨੀ ਆ। ਦੇਖਣਾ ਚਾਹੀਦਾ। ਬਿਲਕੁਲ। ਹਰ ਇੱਕ ਸਕੀਮ ਜਿਹੜੀ ਜਦੋਂ ਵੀ ਸ਼ੁਰੂ ਕਰਦੇ ਆ, ਖਾਸ ਤੌਰ ਤੇ ਐਨਡੀਪੀ ਤੇ ਲਿਬਰਲਸ, ਇਹਨਾਂ ਨੇ ਦੋਹਾਂ ਨੇ ਇਹ ਦੇਖਣਾ ਹੁੰਦਾ ਕਿ ਸਾਡੇ ਵੋਟ ਕਿਹੜੇ ਆ। ਸਾਡੇ ਵੋਟ ਉਹ ਆ ਜਿਹੜੇ ਥੋੜੇ ਜਿਹਾ ਗਰੀਬੀ ਪੱਧਰ ਤੋਂ ਥੱਲੇ ਰਹਿੰਦੇ ਆ ਜੀ। ਕਈ ਤਾਂ ਜੈਨੂਅਨ ਹੈਗੇ ਆ, ਇੱਥੇ ਉਹ ਵੀ ਬੰਦੇ ਆ ਜਿਨ੍ਹਾਂ ਦੀ ਸੱਚੀ ਇਨਕਮ ਉਨੀ ਥੋੜੀ ਆ, ਤੇ ਮੈਜੋਰਟੀ ਤਾਂ ਉਹਨਾਂ ਦੀ ਆ। ਤਾਂ ਬਹੁਤੇ ਬੰਦੇ ਇਸ ਕੈਟਾਗਰੀ ਦੇ ਆ ਜਿਹੜੇ ਆਪਣੀ ਇਨਕਮ ਨਹੀਂ ਦਿਖਾਉਂਦੇ ਜੀ। ਤੇ ਕੁਛ ਇੱਕ ਬੰਦਿਆਂ ਦਾ ਤਾਂ ਪਤਾ ਹੀ ਹੋਣਾ ਚਾਹੀਦਾ ਵੀ ਜਿਹੜਾ ਡਰੱਗ ਡੀਲਰ ਆ ਉਹ ਤਾਂ ਅੰਡਰ ਦੀ ਪਾਵਰਟੀ ਲਾਈਨ ਨਹੀਂ ਆਉਂਦਾ ਹੋਣਾ। ਬਿਲਕੁਲ। ਇਹ ਉਦਾਂ ਦਾ ਹੁਣ ਕੋਈ ਬੰਦਾ ਕਵੇ ਮੈਂ ਹੈਗਾ ਆ ਬ੍ਰੇਨ ਸਰਜਨ ਫਲਾਣੇ ਥਾਂ ਤੇ, ਪਰ ਅੰਡਰ ਦੀ ਪਾਵਰਟੀ ਲਾਈਨ, ਪਰ ਉਹ ਤਾਂ ਸੋਚਣ ਦੀ ਗੱਲ ਹੈ ਵੀ ਦੇਖੋ ਇਹਨਾਂ ਬੰਦੇ ਦੀਆਂ ਕਿੰਨੀਆਂ ਤਨਖਾਹਾਂ ਆ, ਤਾਂ ਅੰਡਰ ਦੀ ਪਾਵਰਟੀ ਲਾਈਨ ਨਹੀਂ ਕਿੱਧਰੋਂ ਹੋਵੇ। ਸੋ ਪਬਲਿਕ ਡਿਫੈਂਡਰ ਨੇ ਸਿਰਫ ਇੰਨਾ ਹੀ ਦੇਖਣਾ ਹੈ ਬਈ ਤੁਸੀਂ ਪਿਛਲੇ ਸਾਲ ਵਾਲੇ ਪੇਪਰ ਲਿਆ ਤਾਂ ਉਹ ਅਸੀਂ ਲਾ ਦੇਣੇ ਨਾਲ। ਜਿਹੜਾ ਮੋਹਰੇ ਪੁਲਿਸ ਡਿਪਾਰਟਮੈਂਟ ਹੈ ਉਹ ਤਾਂ ਟੈਕਸ ਪੇਅਰ ਦੇ, ਉਹਨਾਂ ਦਾ ਲਾਇਰ ਹੈਗੇ ਆ ਉਹਨਾਂ ਦੇ ਕੋਲ, ਪਰ ਪਬਲਿਕ ਡਿਫੈਂਡਰ ਨੇ ਉਹਨੂੰ ਲਾਇਰ ਦਿੱਤਾ ਆ ਫ੍ਰੀ ਆਫ ਚਾਰਜ। ਨਾਰਮਲੀ ਤੁਸੀਂ ਜੇ ਮਾੜਾ ਮੋਟਾ ਕਰਦੇ ਆ, ਜੇ ਈਵਨ ਤੁਹਾਡੇ $10 ਵੀ ਜ਼ਿਆਦਾ ਆ ਉਹਨਾਂ ਦੀ ਇਨਕਮ ਦੇ ਹਿਸਾਬ ਨਾਲ, ਫਿਰ ਉਹ ਕਹਿੰਦੇ ਵੀ ਲਾਇਰ ਤੁਸੀਂ ਆਪਣਾ ਹਾਇਰ ਕਰੋ। ਅੱਛਾ, ਉਹ ਲਾਇਰਸ ਬੜੇ ਮਹਿੰਗੇ ਆ। ਲਾਇਰ ਤਾਂ ਤੁਹਾਨੂੰ ਫੋਨ ਕਰਦੇ ਆ ਤਾਂ ਉਹਦਾ ਬਿੱਲ ਕਰ ਦਿੰਦੇ ਆ। ਬੈਠੇ ਆ ਤੁਹਾਡੇ ਨਾਲ ਮਾੜੀ ਜੀ ਚਾਹ ਦਾ ਕੱਪ ਪੀ ਜਾਂਦੇ, ਉਹਦਾ ਬਿੱਲ ਕਰ ਦਿੰਦੇ ਆ। ਤੇ ਉਹਨਾਂ ਦਾ ਬਿੱਲ ਵੱਧਦਾ ਰਹਿੰਦਾ ਹੈ। ਜਿਨ੍ਹਾਂ ਦੇ ਕੋਲ ਐਕਚੁਅਲੀ ਪੈਸੇ ਆ, ਪੈਸੇ ਵਾਲਾ ਬੰਦਾ ਆ, ਉਹ ਜਿਹੜਾ ਡਰੱਗ ਡੀਲਰ ਜਿਹਦੀ ਸਟੋਰੀ ਆਈ ਆ ਸੈਨ ਫਰਾਂਸਿਸਕੋ ਦੇ ਵਿੱਚੋਂ ਜੀ, ਉਹ ਉਸ ਬੰਦੇ ਨੇ ਉਹ ਇਨਕਮ ਉਹ ਐਵਰੇਜ ਲਾਉਂਦੇ ਆ ਵੀ ਇਹਦੀ 3.5 ਲੱਖ ਤੋਂ ਉੱਪਰ ਹੈ। ਤੇ ਜਿਹੜੀ ਕਿ ਖਾਸ ਤੌਰ ਤੇ ਇੰਜੀਨੀਅਰ, ਡਾਕਟਰ ਇਦਾਂ ਦੇ ਬੰਦੇ ਬਣਾਉਂਦੇ ਹੋਣੇ ਇੰਨੀ ਇਨਕਮ। ਬਿਲਕੁਲ। ਤੇ ਉਹ ਗਰੀਬੀ ਪੱਧਰ ਤੋਂ ਥੱਲੇ ਆਉਂਦਾ। ਇਹ ਸਾਡੇ ਵੱਡਾ ਕੰਟਰਡਿਕਸ਼ਨ ਹੈ ਨਾ ਇੱਥੇ ਜੀ। ਆ ਤੁਸੀਂ ਦੇਖ ਲਓ ਜਿੰਨੇ ਕੁ ਬਿਜ਼ਨਸ ਵਾਲੇ ਫਿਰਦੇ ਆ, ਇਹਨਾਂ ਦੇ ਐਕਚੁਅਲੀ ਰਿਟਰਨ ਦੇਖ ਕੇ ਦੇਖੋ ਵੀ ਕਿੰਨੀ ਕਿ ਇਹਨਾਂ ਨੇ ਇਨਕਮ ਭਰੀ ਹੈ ਜੀ। ਸਾਰੇ ਅੰਡਰ ਦੀ ਪਾਵਰਟੀ ਲਾਈਨ ਹੀ ਹੋਣੇ ਆ। ਇਹਨਾਂ ਨੂੰ ਮਿਲਦੇ ਹੋਣੇ ਆ, ਪੈਸੇ ਮਿਲਦੇ ਹੋਣੇ ਆ ਬੱਚਿਆਂ ਦੇ, ਜਿਨ੍ਹਾਂ ਦੇ ਬੱਚੇ ਹੈਗੇ ਛੋਟੇ। ਤੇ ਜਿਹੜੇ ਬੰਦੇ ਕੰਮ ਕਰਦੇ ਆ ਉਹ ਤਾਂ ਦੇ ਹੈਵ ਟੂ, ਉਹਨਾਂ ਨੂੰ ਉਹ ਕੁਝ ਕਰ ਹੀ ਨਹੀਂ ਸਕਦੇ। ਉਹ ਤਾਂ ਜਦੋਂ ਚੈੱਕ ਦਿੰਦੇ ਤੁਹਾਨੂੰ ਪਹਿਲਾਂ ਹੀ ਕੱਟ ਲੈਂਦੇ ਆ, ਤੇ ਉਹ ਤੁਹਾਨੂੰ ਭਰਨੇ ਪੈਂਦੇ ਆ। ਬਿਲਕੁਲ। ਸੋ ਓਨੈਸਟੀ ਨਾਲ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੂੰ ਪਨਿਸ਼ਮੈਂਟ ਆ, ਜਿਹੜੇ ਡਿਸਓਨੈਸਟ ਰਹਿੰਦੇ ਆ ਉਹਨਾਂ ਨੂੰ ਮੌਜਾਂ ਹੀ ਮੌਜਾਂ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ। ਅਫਗਾਨਿਸਤਾਨ 'ਚ ਤਾਲਿਬਾਨ ਦੇ ਤਸ਼ੱਦਦ ਤੋਂ ਇੱਕ ਬੰਦਾ ਭੱਜਦਾ ਅਮਰੀਕਾ 'ਚ ਸ਼ਰਨ ਲੈਣ ਆਉਂਦਾ, ਪਰ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ ਜੋ ਹਾਲਤ ਤੇ ਦੁਸ਼ਵਾਰੀ ਉਹ ਹੰਡਾਉਂਦਾ ਹੈ, ਉਹ ਉਵੇਂ ਪਛਤਾ ਰਿਹਾ ਜਿਵੇਂ ਕਹਿੰਦੇ ਨਾ ਮੂਸਾ ਭੱਜਾ ਮੌਤ ਤੋਂ ਤੇ ਅੱਗੇ ਮੌਤ ਖੜੀ। ਉਹ ਕਹਿੰਦੇ ਵੀ ਉਹਦੇ ਨਾਲੋਂ ਤਾਂ ਮੈਂ ਉੱਥੇ ਜ਼ਿਆਦਾ ਚੰਗਾ ਸੀਗਾ, ਬਜਾਏ ਇਸ ਦੇ ਕਿ ਮੈਂ ਇਹਨਾਂ ਦੇ ਡਿਟੈਂਸ਼ਨ ਸੈਂਟਰ 'ਚ ਆਉਂਦਾ। ਦੇਖੋ, ਇੱਥੋਂ ਗਏ ਆ ਉੱਥੇ ਵੀ ਅਸੀਂ ਇਹਨਾਂ ਨੂੰ ਡੈਮੋਕ੍ਰੇਸੀ ਦੇਣੀ ਆ। 20 ਸਾਲ ਰਹੇ ਉੱਥੇ, ਮਾਰੇ ਕੁੱਟੇ ਉਹਨਾਂ ਨੂੰ, ਤੇ ਡੈਮੋਕ੍ਰੇਸੀ ਇਹਨਾਂ ਦੀ ਇਦਾਂ ਜਿੱਦਣ ਇਹਨਾਂ ਨੇ ਫੋਰਸ ਤੋਂ ਵਿਦਡਰਾ ਕੀਤੀ ਆ, ਤਾਂ ਇਹਨਾਂ ਦਾ ਪ੍ਰਧਾਨ ਜਿਹੜਾ ਚੁਣਿਆ ਸੀ ਇਹਨਾਂ ਦੇ ਨਾਲ ਹੀ ਨੱਠਾ। ਇੱਕ ਚੀਜ਼ ਸੀ ਉਹ ਤੋਂ ਹੀ ਕਹਿੰਦੇ ਆ ਵੀ ਉਹਦੇ
ਬਰੀਫ ਕੇਸ ਜਿਹੜਾ ਹੱਥ 'ਚ ਫੜਿਆ ਸੀ ਉਹ ਨੋਟਾਂ ਨਾਲ ਭਰਿਆ ਹੋਇਆ ਸੀ। ਜਿੰਨੇ ਪੈਸੇ ਇਹਨਾਂ ਨੇ ਦਿੱਤੇ ਆ ਉਹ ਲੈ ਕੇ ਨੱਠ ਗਿਆ। ਤੇ ਇਹ ਦਿਖਾਦੇ ਸੀ ਵੀ ਸਾਡੇ ਫਰੀडम ਜ਼ਿਆਦੀ ਆ, ਸਾਡੇ ਲਿਬਰਟੀਜ਼ ਬਹੁਤ ਆ, ਤੇ ਅਫਗਾਨਿਸਤਾਨ ਨੂੰ ਸਾਡੇ ਵਾਲਾ ਡੈਮੋਕ੍ਰੈਟਿਕ ਮਾਡਲ ਜਿਹੜਾ ਅਪਣਾਉਣਾ ਚਾਹੀਦਾ। ਬਿਲਕੁਲ। ਹੁਣ ਉਹਨਾਂ ਦੇ ਵਿੱਚ ਬਹੁਤ ਅਫਗਾਨੀ ਹੋਣੇ ਆ ਜਿਹੜੇ ਐਕਚੁਅਲੀ US 'ਚ ਬੈਠੇ ਆ, ਇਹਨਾਂ ਨੇ ਅਮਰੀਕਾ ਵਾਲਿਆਂ ਦਾ ਸਾਥ ਦਿੱਤਾ ਆ। ਜਦੋਂ ਇਹਨਾਂ ਦੀਆਂ ਫੌਜਾਂ ਸੀ ਉੱਥੇ, ਇਹਨਾਂ ਦੇ ਹੋਰ ਏਡ ਵਰਕਰਸ ਸੀ, ਇਹਨਾਂ ਦੇ ਨਾਲ ਅਫਗਾਨੀ ਕੰਮ ਕਰਦੇ ਹੁੰਦੇ ਸੀ। ਜ਼ਿਆਦਾ ਤੌਰ ਤੇ ਭਾਸ਼ੀਏ ਸੀ ਇਹਨਾਂ ਦੇ ਨਾਲ, ਹੋਰ ਵੀ ਜਿੰਨਾ ਵੀ ਕੰਮ ਕਰਦੇ ਸੀ ਅਫਗਾਨੀ ਵੀ ਨਾਲ ਕਰਦੇ ਸੀ ਇਹਨਾਂ ਦੇ। ਉਹਨਾਂ ਨੂੰ ਇਹਨਾਂ ਨੇ ਵਾਅਦਾ ਵੀ ਕੀਤਾ ਸੀ ਵੀ ਤੁਸੀਂ ਆਓ, ਤੁਹਾਨੂੰ ਇਮੀਗ੍ਰੇਸ਼ਨ ਦੇਵਾਂਗੇ। ਕੈਨੇਡਾ ਨੇ ਵੀ ਕੀਤਾ ਸੀ ਇਦਾਂ। ਤਾਂ ਉਹ ਬੰਦੇ ਆਏ ਹੋਣੇ, ਉਹਨਾਂ ਨੂੰ ਫੜਿਆ ਵੀ ਹੋਣਾ ਕਈਆਂ ਨੇ। ਤਾਲਿਬਾਨ ਨੇ ਵੀ ਗਿਣ ਬਦਲੇ ਲਏ ਵੀ ਤੁਸੀਂ ਸਾਡੇ ਦੁਸ਼ਮਣਾਂ ਨਾਲ ਤੁਰੇ ਫਿਰਦੇ ਸੀ, ਹੁਣ ਉਹਨਾਂ ਨੇ ਜੇਲ੍ਹ 'ਚ ਤਾੜੇ ਹੋਏ। ਜੇਲ੍ਹ ਦੇ ਵਿੱਚ ਕਮ ਸੇ ਕਮ ਅਫਗਾਨਿਸਤਾਨ ਦੇ ਵਿੱਚ, ਉਹ ਆਪਣਾ ਦੇਸ਼ ਤਾਂ ਹੈ ਨਾ, ਆਪਣੇ ਦੇਸ਼ ਦੀ ਜੇਲ੍ਹ ਵੀ ਤਾਂ ਆਪਣੇ ਦੇਸ਼ ਦੀ ਜੇਲ੍ਹ ਆ ਨਾ। ਬਿਲਕੁਲ। ਦੂਜਿਆਂ ਦੀ ਜੇਲ੍ਹ ਨਾਲ ਤਾਂ ਚੰਗਾ ਹੀ ਹੋਊਗਾ। ਉਹ ਆਏ ਆ ਇੱਥੇ। ਹੁਣ ਜਿਹੜੇ ਰਿਫਿਊਜੀ ਆਉਂਦੇ ਆ ਉਹਨਾਂ ਨੂੰ ਪਹਿਲਾਂ ਡਿਟੈਂਸ਼ਨ ਸੈਂਟਰ ਦੇ ਵਿੱਚ ਫੜ ਲੈਂਦੇ ਆ। ਡਿਟੈਂਸ਼ਨ ਸੈਂਟਰ ਜਿਹੜੇ US ਦੇ ਆ ਇਸ ਵੇਲੇ ਓਵਰਫਲੋ ਹੋਏ ਪਏ ਆ। ਜਿਨ੍ਹਾਂ ਕਮਰਿਆਂ ਦੇ ਵਿੱਚ 20 ਬੰਦੇ ਹੋਣੇ ਚਾਹੀਦੇ, ਉੱਥੇ 100 ਬੰਦਾ ਬੈਠਾ ਹੈ। ਹੁਣ ਉਹ ਰਿਸੋਰਸਸ ਤਾਂ ਆਲੇ ਦੁਆਲੇ ਉਨੇ ਹੀ ਆ। ਵਾਸ਼ਰੂਮ ਜਾਣਾ ਕਿਸੇ ਨੇ, ਖਾਣਾ ਖਾਣਾ ਆ, ਸੌਣਾ ਆ, ਉਹਨਾਂ ਹਾਲਾਤਾਂ ਦੇ ਵਿੱਚ ਕਿੱਦਾਂ ਕਰ ਸਕਦੇ ਆ। ਸੋ ਉਹ ਹਾਲਾਤ ਦੇਖਦੇ ਬੰਦੇ ਨੇ ਸੋਚਿਆ ਵੀ ਮੈਂ ਛੱਡ ਕੇ ਤਾਂ ਆਇਆ ਆ ਤਸ਼ੱਦਦ ਉੱਥੋਂ ਕਿ ਅਫਗਾਨਿਸਤਾਨ ਦੇ ਵਿੱਚ ਮੇਰੇ ਨਾਲ ਕੀ ਹੋ ਰਿਹਾ, ਤਾਂ ਮੋਹਰੇ ਆਉਂਦਿਆਂ ਨੂੰ ਕੀ ਮਿਲਿਆ। ਬਿਲਕੁਲ। ਇੱਥੋਂ ਡਿਟੈਂਸ਼ਨ ਸੈਂਟਰ ਛੱਡਦੇ ਹੀ ਨਹੀਂ, ਕਿਉਂਕਿ ਇਹਨਾਂ ਨੇ ਪਾਲਿਸੀ ਰੱਖੀ ਹੈ ਕਿ ਜਿੰਨਾ ਚਿਰ ਕੋਈ ਇਹਨਾਂ ਦਾ ਲਾਇਰ ਨਹੀਂ ਆਉਂਦਾ, ਜਿੰਨਾ ਕੋਈ ਸ਼ਾਦੀ ਨਹੀਂ ਭਰਦਾ, ਉਹਨਾਂ ਚਿਰ ਜਾਣ ਨਹੀਂ ਦੇਣਾ ਇਹਨੂੰ। ਤੇ ਅੱਜ ਕੱਲ ਡਿਟੈਂਸ਼ਨ ਸੈਂਟਰ ਇੰਨੇ ਜ਼ਿਆਦਾ ਭਰੇ ਆ ਤਾਂ ਉਹਨਾਂ ਦੀ ਵਾਰੀ ਨਹੀਂ ਆਉਂਦੀ। ਬਿਲਕੁਲ। ਸੂਬਿਆਂ ਨੇ ਜਿਹੜੇ ਸਟੇਟਾਂ ਨੇ ਤਾਂ ਹੀ ਮਤਲਬ ਕਿ ਇਸ ਚੀਜ਼ ਤੋਂ ਭੱਜੀਆਂ ਨਾ, ਸਟੇਟਾਂ ਵੀ ਅਸੀਂ ਨਹੀਂ ਰੱਖਣੇ ਬੰਦੇ ਸਾਡੇ ਕੋਲ ਲੜਦੇ ਆ। ਜਿਹੜੀ ਐਰੀਜ਼ੋਨਾ ਤੇ ਟੈਕਸਸ ਵਾਲੇ ਆ, ਉਹ ਇਸ ਵੇਲੇ ਜਦੋਂ ਵੀ ਰਿਫਿਊਜੀ ਆਉਂਦੇ ਆ ਮੈਕਸੀਕੋ ਦੇ ਬਾਰਡਰ ਤੋਂ, ਉਹ ਬੱਸਾਂ ਭਰ ਕੇ ਤਾਂ ਨਿਊਯਾਰਕ ਭੇਜ ਦਿੰਦੇ, ਵਾਸ਼ਿੰਗਟਨ ਨੂੰ ਭੇਜ ਦਿੰਦੇ ਵੀ ਤੁਸੀਂ ਰੱਖੋ, ਤੁਸੀਂ ਮੰਗਵਾਉਣੇ ਆ ਇਹਨੂੰ, ਤੁਸੀਂ ਰੱਖੋ ਇਹਨੂੰ। ਨਿਊਯਾਰਕ ਵਾਲਿਆਂ ਨੇ ਇੱਕ ਹੋਰ ਸਕੀਮ ਕੱਢੀ। ਉਹ ਜਦੋਂ ਸਾਡਾ ਬਾਰਡਰ ਖੁੱਲਾ ਹੁੰਦਾ ਸੀ ਕਿਊਬੈਕ ਦੇ ਵਿੱਚ, ਉਹਨਾਂ ਨੇ ਬੱਸ ਭਰਨੀ ਤਾਂ ਕਿਊਬੈਕ ਦੇ ਬਾਰਡਰ ਤੇ ਛੱਡ ਦੇਣੇ ਵੀ ਤੁਸੀਂ ਕੈਨੇਡਾ ਨੂੰ ਜਾਓ। ਤੇ ਕੈਨੇਡਾ ਦੇ ਵਿੱਚ ਇਹਨਾਂ ਨੇ ਹੁਣ ਐਗਰੀਮੈਂਟ ਸਾਈਨ ਕਰ ਲਿਆ ਵੀ ਉਹ ਜਿਹੜੀ ਰੋਡ ਆ ਉੱਥੇ ਜੇ ਉਸ ਜਗ੍ਹਾ ਥਾਣੀ ਵੀ ਕੋਈ ਬੰਦਾ, ਪਹਿਲਾਂ ਸਾਡਾ ਐਗਰੀਮੈਂਟ ਸੀ ਕਿ ਪਹਿਲਾਂ ਜੇ ਤੁਸੀਂ US ਦੇ ਵਿੱਚ ਆਏ ਆ ਉੱਥੇ ਰੈਫਿਊਜੀ ਸਟੇਟਸ ਲਈ ਅਪਲਾਈ ਕਰੋ, ਉੱਥੇ ਜੇ ਫੇਲ ਹੋਏ ਤਾਂ ਫੇਰ ਆ ਜਾਓ ਇੱਥੇ। ਉਹ ਸਿਰਫ ਲਾਗੂ ਹੁੰਦਾ ਸੀ ਜਿੱਥੇ ਜਿੱਥੇ ਸਾਡੇ ਐਕਚੁਅਲੀ ਪੁਆਇੰਟ ਆਫ ਐਂਟਰੀ ਆ। ਪੁਆਇੰਟ ਆਫ ਐਂਟਰੀ ਉਹਨੂੰ ਕਹਿੰਦੇ ਜਿੱਥੇ ਸਾਡੇ CBSA ਬੈਠੀ ਆ, ਕਸਟਮ ਵਾਲੇ ਬੈਠੇ ਆ। ਜਿਹੜਾ ਵੈਸੇ ਹੀ ਸਾਡਾ ਬਾਰਡਰ ਆ ਅਨਮੈਨਡ, ਉਹਨੂੰ ਪੁਆਇੰਟ ਆਫ ਐਂਟਰੀ 'ਚ ਨਹੀਂ ਕਹਿੰਦੇ ਸੀ। ਤਾਂ ਉੱਥੇ US ਦੇ ਕਿਊਬੈਕ ਦੇ ਵਿੱਚ ਇੱਕ ਰੋਡ ਆ ਇੱਕ ਜਗ੍ਹਾ ਤੇ ਜਿੱਥੇ ਲੋਕੀ ਆ ਸਕਦੇ ਆ, ਜਾ ਸਕਦੇ ਆ, ਪਰ ਪੁਆਇੰਟ ਆਫ ਐਂਟਰੀ ਹੈ ਨਹੀਂ ਉੱਥੇ। ਤਾਂ ਉਹ ਕਾਨੂੰਨ ਦੇ ਵਿੱਚ ਆਉਂਦੀ ਨਹੀਂ ਸੀ। ਤੇ ਹੁਣ ਪਿੱਛੇ ਜਾ ਜੋ ਬਾਈਡਨ ਜਦੋਂ ਆਏ ਸੀ ਉਸ ਵੇਲੇ ਇਹਨਾਂ ਤੋਂ ਸਾਈਨ ਕਰਾਏ ਵੀ ਇਹ ਰੋਡ ਵੀ ਵਿੱਚ ਇਨਕਲੂਡ ਕਰੋ, ਸਾਰਾ ਬਾਰਡਰ ਹੀ ਕਰੋ। ਹੁਣ ਪੁਆਇੰਟ ਆਫ ਐਂਟਰੀ ਛੱਡੋ, ਸਾਡੀ ਪੁਆਇੰਟ ਆਫ ਐਂਟਰੀ ਹੈ ਜਿੱਥੋਂ ਵੀ ਤੁਸੀਂ ਐਂਟਰ ਹੋ ਗਏ। ਤੇ ਉਹ ਕਿਊਬੈਕ ਦੇ ਵਿੱਚ ਆਏ, ਬਹੁਤੇ ਐਕਚੁਅਲੀ ਮੁੜ ਵੀ ਗਏ ਕਿਉਂਕਿ ਉਹਨੂੰ ਇੱਕ ਤਾਂ ਲੈਂਗੁਏਜ ਨਹੀਂ ਸੀ ਆਉਂਦੀ। ਮੈਕਸੀਕਨ ਹੈ ਵਿਚਾਰੇ, ਸਪੈਨਿਸ਼ ਬੋਲਦੇ ਸੀ, ਉਧਰ ਆਪਣੇ ਫ੍ਰੈਂਚ ਬੋਲਦੇ ਆ। ਔਖੇ ਸੌਖੇ ਥੋੜੀ ਬਹੁਤੀ ਅੰਗਰੇਜ਼ੀ ਸਿੱਖੀ ਹੋਣੀ ਉਹਨਾਂ ਨੇ, ਤਾਂ ਫ੍ਰੈਂਚ ਵਾਲਿਆਂ ਨੇ ਉਹਨਾਂ ਦੀ ਉਹ ਵੀ ਮੱਤ ਮਾਰ ਛੱਡੀ। ਉਹ ਫੇਰ ਮੁੜ ਕੇ ਗਏ ਨਿਊਯਾਰਕ ਨੂੰ। ਉਹ ਰਿਫਿਊਜੀ ਤੁਸੀਂ ਦੇਖ ਲਓ ਵੀ ਕਿਹੜੇ ਢੰਗ ਨਾਲ ਆਉਂਦੇ ਆ, ਆਸਾਂ ਲੈ ਕੇ ਆਉਂਦੇ ਆ, ਤਾਂ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ। ਜੀ। ਸੋ ਡਾਕਟਰ ਸਾਹਿਬ, UK ਦੇ ਰੱਖਿਆ ਸਕੱਤਰ ਨੇ ਯੂਕਰੇਨ ਨੂੰ ਸਲਾਹ ਦਿੱਤੀ ਹੈ ਕਿ ਸਹਿਯੋਗੀ ਦੇਸ਼ਾਂ ਤੋਂ ਜਿਹੜੇ ਹਥਿਆਰਾਂ ਦੀ ਮੰਗ ਕਰਦੇ ਸਮੇਂ ਕਹਿੰਦੇ ਸਬਰ ਤੋਂ ਕੰਮ ਲਿਆ ਕਰੋ। ਉਹ ਕਹਿੰਦੇ ਵੀ ਅਸੀਂ ਐਮਾਜ਼ੋਨ ਨਹੀਂ ਹੈ। ਕਹਿੰਦੇ ਦੇਖੋ ਇੱਕ ਬੰਦੇ ਦੀ ਬੋਲੀ ਕਿੱਦਾਂ ਬਦਲਦੀ ਹੈ। ਅੱਜ ਤੋਂ ਤਕਰੀਬਨ 2-3 ਹਫ਼ਤੇ ਪਹਿਲਾਂ ਇਹ ਆਸ ਲਾਉਂਦੇ ਸੀ
ਕਿ ਯੂਕੇ ਦੇ ਡਿਫੈਂਸ ਮਿਨਿਸਟਰ ਨੇ ਨੇਟੋ ਦਾ ਚੀਫ ਬਣ ਜਾਣਾ। ਬਿਲਕੁਲ। ਉਸ ਵੇਲੇ ਯੂਕਰੇਨ ਜਿੱਦਾਂ US ਵਾਲੇ ਬੋਲਦੇ ਸੀ, ਜਿੱਦਾਂ ਹੋਰ ਹਾਕਸ ਕਹਿੰਦੇ ਬੋਲਦੇ ਹੁੰਦੇ ਨਾ, ਵੀ ਯੂਕਰੇਨ ਦੇ ਹੱਕ ਦੇ ਵਿੱਚ ਅਸੀਂ ਰਸ਼ੀਆ ਨੂੰ ਆਹ ਕਰ ਦਿਆਂਗੇ, ਅਸੀਂ ਯੂਕਰੇਨ ਦੇ ਨਾਲ ਖੜੇ ਆ। ਉਹ ਇਸ ਇਦਾਂ ਦੇ ਬਿਆਨ ਦੇਣ 'ਚ ਮਸ਼ਹੂਰ ਹੁੰਦੇ ਸੀ ਜੀ। ਸਾਰਿਆਂ ਨੂੰ ਕਹਿੰਦੇ ਸੀ ਵੀ ਸਾਰਿਆਂ ਨੂੰ ਵੱਡਾ ਹਾਕ ਜੇ ਹੈਗਾ ਬਾਜ ਆ ਨਾ, ਤਾਂ ਉਹ ਯੂਕੇ ਦਾ ਡਿਫੈਂਸ ਮਿਨਿਸਟਰ ਆ ਜੀ। 3 ਹਫ਼ਤੇ ਪਹਿਲਾਂ ਪਤਾ ਲੱਗ ਗਿਆ ਵੀ ਮੈਨੂੰ ਨਹੀਂ ਬਣ ਦੇਣਾ ਇਹਨਾਂ ਨੇ ਨੇਟੋ ਦਾ ਚੀਫ। ਹੁਣ ਦੇਖੋ ਬੋਲੀ ਬਦਲ ਗਈ ਉਹਨਾਂ ਦੀ। ਬਿਲਕੁਲ। ਉਹ ਨੇਟੋ ਦਾ ਸਮਿਟ ਹੋ ਕੇ ਹਟਿਆ। ਉੱਥੇ ਜ਼ੈਲੈਂਸਕੀ ਤੋਂ ਕਾਫੀ ਬੰਦੇ ਔਖੇ ਸੀ ਵੈਸੇ ਜੀ, ਕਿਉਂਕਿ ਜਦੋਂ ਵੀ ਉਹ ਗੱਲ ਕਰਦੇ ਆ ਵੀ ਸਾਨੂੰ ਇੰਨੇ ਹਥਿਆਰ ਹੋ ਦੇ ਦਿਓ, ਸਾਨੂੰ ਇੰਨੇ ਹਥਿਆਰ ਦਿਓ, ਸਾਨੂੰ ਪੈਸੇ ਦੇ ਦਿਓ, ਤੇ ਉਹ ਕਹਿੰਦੇ ਵੀ ਤੁਹਾਨੂੰ ਦੇਈ ਤਾਂ ਜਾਂਦੇ ਆ ਅਸੀਂ। ਯੂਕੇ ਵਾਲਿਆਂ ਨੇ ਵੀ ਇਹ ਕਿਹਾ, ਬਾਕੀ ਯੂਰਪੀਅਨ ਯੂਨੀਅਨ ਦੇਈ ਜਾਂਦੀ ਆ, ਅਮਰੀਕਾ ਵਾਲੇ ਕੈਨੇਡਾ ਵਾਲੇ ਦੇਈ ਜਾਂਦੇ ਆ, ਵੀ ਅਸੀਂ ਐਮਾਜ਼ੋਨ ਤਾਂ ਹੈ ਨਹੀਂ ਵੀ ਤੁਸੀਂ ਆਰਡਰ ਕਰੋਗੇ ਤਾਂ ਤੁਹਾਨੂੰ ਡਿਲੀਵਰ ਕਰਤੇ। ਇੱਕ ਤਾਂ ਸਾਡੇ ਵੀ ਆਰਮੀਜ਼ ਹੈਗੀ, ਬਹੁਤੀਆਂ ਆਰਮੀਜ਼ ਦੇ ਕੋਲ ਤਾਂ ਆਪਣੇ ਆਪ ਹੀ ਹੈ ਨਹੀਂ। ਕੈਨੇਡਾ ਵਾਲਿਆਂ ਨੇ ਇਹਨਾਂ ਨੂੰ ਦਿੱਤੇ ਆ ਹਥਿਆਰ। ਇਹਨਾਂ ਦੀ ਆਰਮੀ ਦੇ ਕੋਲ ਆਪਣੇ ਹਾਰਡ ਹੈਟ ਹੈ ਨਹੀਂ ਸੀ, ਜਿਹੜੇ ਕਿ ਉਹਨਾਂ ਨੇ ਜੇਬ ਦੇ ਵਿੱਚੋਂ ਪੈਸੇ ਵਿਚਾਰਿਆਂ ਨੇ ਖਰਚ ਕੇ ਖਰੀਦੇ। ਤੁਹਾਡੇ ਨੰਗਾਂ ਦੇ ਕੋਲ ਕੁਛ ਹੈ ਤਾਂ ਹੈ ਨਹੀਂ, ਆਪਣੀ ਆਰਮੀ ਦੇ ਵਿੱਚ ਹੈ ਨਹੀਂ ਕੁਛ। ਫਿਰ ਇਹਨਾਂ ਨੇ ਟੈਂਕ ਦਿੱਤੇ, 4 ਟੈਂਕ ਦਿੱਤੇ। ਸਾਡੇ ਕੋਲ ਇੰਨੀ ਕਪੈਸਿਟੀ ਹੈ ਨਹੀਂ ਕੈਨੇਡਾ ਦੇ ਕੋਲ ਵੀ 4 ਟੈਂਕ ਇਕੱਠੇ ਹੀ ਡਿਲੀਵਰ ਕਰ ਦਈਏ। ਇੱਕ ਵਾਰੀ ਇੱਕ ਟੈਂਕ ਲੈ ਕੇ ਜਾਂਦੇ ਹਾਂ ਅਸੀਂ। ਮਤਲਬ ਜਿਹੜਾ ਦੇਸ਼ ਕਿਸੇ ਨੂੰ ਮਦਦ ਦੇ ਰਿਹਾ ਉਹਨਾਂ ਦੀ ਆਪਣੀ ਟੁੱਟੀ ਹੈ। ਬਿਲਕੁਲ ਏਦਾਂ ਦੇ ਦੇਸ਼ ਵੀ ਹੈਗੇ ਆ ਜੀ। ਚਲੋ ਅਮਰੀਕਾ ਵਾਲਿਆਂ ਦਾ ਜੁਦੀ ਗੱਲ ਆ, ਉਹਨਾਂ ਦੀ ਸੁਪਰ ਪਾਵਰ ਹੈ ਇੱਕ, ਉਹ ਤਾਂ ਦੇ ਸਕਦੇ ਆ, ਉਹਨਾਂ ਦੇ ਉਹ ਬਣਾਉਂਦੇ ਆ ਹਥਿਆਰ, ਬਹੁਤ ਬਣਾਉਂਦੇ ਆ। ਦੂਜੇ ਦੇਸ਼ ਵੀ ਉਹਨਾਂ ਤੋਂ ਖਰੀਦ ਕੇ ਅੱਗੇ ਯੂਕਰੇਨ ਨੂੰ ਦਿੰਦੇ ਆ, ਤਾਂ ਉਹਨਾਂ ਦੇ ਲੋਕੀ ਤਾਂ ਪੁੱਛਦੇ ਹੀ ਆ, ਰੌਲਾ ਪਾਉਂਦੇ ਆ। ਪਬਲਿਕ ਪ੍ਰੈਸ਼ਰ ਉਹਨਾਂ ਤੇ ਸੀ, ਪਬਲਿਕ ਪ੍ਰੈਸ਼ਰ ਇਹਨਾਂ ਦੇ ਵਿੱਚੋਂ ਬੋਲਿਆ ਹੁਣ ਬਈ ਤੁਸੀਂ ਹਰ ਇੱਕ ਚੀਜ਼ ਚੱਕ ਕੇ ਯੂਕਰੇਨ ਨੂੰ ਦੇਣ ਦੀ। ਇੱਕ ਬੋਰਿਸ ਜੌਨਸਨ ਹੁੰਦੇ ਜੀ ਪਹਿਲੇ ਪ੍ਰਾਈਮ ਮਿਨਿਸਟਰ ਸੀ ਯੂਕੇ, ਸੁਨਕ ਤੋਂ ਪਹਿਲਾਂ ਦੇ। ਸੁਨਕ ਤੋਂ, ਹਾਂ। ਪਿਛਲੇ ਸਾਲ ਉਹਨਾਂ ਨੇ ਇੱਕ ਅਕਲ ਦੀ ਬੜੀ ਵਧੀਆ ਅਕਲ ਦੀ ਗੱਲ ਕੀਤੀ ਸੀ, ਜਿਹੜੀ ਕਿ ਹੁਣ ਸਾਰੇ ਸੋਚਦੇ ਹੋਣੇ ਵੀ ਇਹਨਾਂ ਨੇ ਵਧੀਆ ਗੱਲ ਕੀਤੀ ਹੈ, ਮੰਨ ਲੈਣੀ ਚਾਹੀਦੀ ਸੀ। ਉਹ ਕਹਿੰਦੇ ਵੀ ਇੱਕ ਜੇ ਇਸ ਤਰ੍ਹਾਂ ਲੜਾਈ ਲੱਗੀ ਰਹੀ ਨਾ ਯੂਕਰੇਨ ਤੇ ਰਸ਼ੀਆ ਦੀ, ਇੱਕ ਫਟੀਗ ਪੈਦਾ ਹੋ ਜਾਣੀ ਆ। ਜਿੱਦਾਂ ਫਟੀਗ ਨੂੰ ਪੰਜਾਬੀ ਚ ਕੀ ਕਹੋਗੇ, ਥਕਾਵਟ ਜਿਹੀ ਹੋ ਜਾਂਦੀ ਵੀ। ਉਹ ਜਦੋਂ ਉਹ ਸਮਾਂ ਆ ਗਿਆ ਤਾਂ ਸਾਡੇ ਲੋਕਾਂ ਨੇ ਵੀ ਖਿਲਾਫ ਹੋ ਜਾਣਾ। ਹੁਣ ਉਹ ਸਮਾਂ ਆਈ ਜਾਂਦਾ ਲਾਗੇ, ਲੋਕੀ ਇੰਨੇ ਖਿਲਾਫ ਹੋਏ ਆ ਇਹਨਾਂ ਦੇਸ਼ਾਂ ਦੇ ਵੀ ਤੁਸੀਂ ਉੱਠ ਕੇ ਹਰ ਚੀਜ਼ ਜਿਹੜੀ ਚੱਕਦੇ ਆ ਯੂਕਰੇਨ ਨੂੰ, ਜਿਹੜੀ ਚੀਜ਼ ਚੱਕਦੇ ਆ ਯੂਕਰੇਨ ਨੂੰ। ਯੂਕਰੇਨ ਵਾਲਿਆਂ ਦਾ ਅਜੇ ਵੀ ਦਿਲ ਨਹੀਂ ਭਰਿਆ। ਉਹ ਜਦੋਂ ਵੀ ਜ਼ੈਲੈਂਸਕੀ ਮੂੰਹ ਖੋਲਦਾ ਉਹ ਕਹਿੰਦਾ ਸਾਨੂੰ ਹੋਰ ਦੇ ਦਿਓ, ਸਾਨੂੰ ਹੋਰ ਦੇ ਦਿਓ, ਸਾਨੂੰ ਹੋਰ ਦੇ ਦਿਓ। ਕਦੇ ਵੀ ਉਹਦੇ ਚੋਂ ਮੂੰਹ ਚੋਂ ਇਹ ਨਾ ਸੁਣੋਗੇ ਵੀ ਤੁਹਾਡਾ ਧੰਨਵਾਦ ਵੀ ਤੁਸੀਂ ਬਹੁਤ ਕੁਝ ਦਿੱਤਾ ਆ, ਤਾਂ ਹੁਣ ਸਾਡਾ ਕੰਮ ਆ ਅਸੀਂ ਲੜੀਏ ਜਾਂ ਨਾ ਲੜੀਏ। ਉਹਨਾਂ ਨੇ ਜਦੋਂ ਵੀ ਜੇ ਲੜਾਈ ਵੀ ਹੁਣ ਕਾਊਂਟਰ ਅਫੈਂਸਿਵ ਉਹਨਾਂ ਦਾ ਠੀਕ ਨਹੀਂ ਚੱਲ ਰਿਹਾ। ਕਾਊਂਟਰ ਅਫੈਂਸਿਵ ਤਾਂ ਇਦਾਂ ਸੋਚਦੇ ਆ ਵੀ ਇਕੱਲੇ ਯੂਕਰੇਨ ਵਾਲੇ ਲੜਦੇ ਆ, ਜਿਹੜੇ ਮੋਹਰੇ ਵੀ ਆ ਤਾਂ ਉਹ ਵੀ ਤਾਂ ਫੌਜੀ ਬੈਠੇ ਆ ਨਾ ਰਸ਼ੀਆ ਦੇ। ਤੁਸੀਂ ਇੱਕ ਪਾਸਿਓਂ ਨਹੀਂ ਸੋਚ ਸਕਦੇ ਲੜਾਈ ਦੇ ਵਿੱਚ ਵੀ ਅਸੀਂ ਆਹ ਕਰ ਦੇਣਾ, ਅਸੀਂ ਆਹ ਕਰ ਦੇਣਾ। ਹਮੇਸ਼ਾ ਸੋਚੋ ਵੀ ਲੜਾਈ ਦੇ ਵਿੱਚ ਦੋ ਧਿਰਾਂ ਆ, ਉਹ ਵੀ ਸੋਚਦੇ ਹੋਣੇ ਵੀ ਅਸੀਂ ਕੀ ਕਰਨਾ ਹੈ। ਤੇ ਇਹਨਾਂ ਦਾ ਕਾਮਯਾਬ ਨਹੀਂ ਹੋਇਆ ਤੇ ਇਹਨਾਂ ਨੇ ਬਲੇਮ ਕਿਹਨੂੰ ਕੀਤਾ? ਜਿਨ੍ਹਾਂ ਬੰਦਿਆਂ ਨੇ ਇਹਨਾਂ ਨੂੰ, ਜਿਨ੍ਹਾਂ ਦੇਸ਼ਾਂ ਨੇ ਇਹਨਾਂ ਨੂੰ ਸਾਰੇ ਹਥਿਆਰ ਦਿੱਤੇ, A to Z ਦਿੱਤੇ, ਇਹਨਾਂ ਨੂੰ ਪੈਸਾ ਦਿੱਤਾ ਇਹਨਾਂ ਨੂੰ। ਤਾਂ ਉਹ ਉੱਠ ਕੇ ਉਹਨਾਂ ਨੂੰ ਕਹਿੰਦੇ ਇਹਨਾਂ ਨੇ ਸਾਨੂੰ ਪੂਰੇ ਹਥਿਆਰ ਨਹੀਂ ਦਿੱਤੇ, ਤਾਂ ਹੀ ਸਾਡਾ ਕਾਊਂਟਰ ਅਫੈਂਸਿਵ ਕਾਮਯਾਬ ਨਹੀਂ। ਬਿਲਕੁਲ। ਜੇ ਇਹ ਯੂਰਪ ਜਿਹੜਾ ਇੰਨੀ ਮਦਦ ਨਾ ਕਰਦਾ ਤੇ ਉਹ ਜਿਹੜੀ ਉਹਦੀ 24 ਘੰਟੇ ਵਾਲੀ ਗੱਲ ਸੀਗੀ ਉਹ ਵਾਕਿਆ ਸਹੀ ਹੋ ਜਾਣੀ ਸੀ ਰੂਸ ਦੀ, ਵੀ 24 ਘੰਟਿਆਂ 'ਚ ਕਬਜ਼ਾ ਕਰ ਲੈਂਦਾ। ਪਹਿਲਾਂ ਸਟ੍ਰੈਟਜੀ ਤਾਂ ਉਹਨਾਂ ਦੀ ਵੀ ਫੇਲ ਹੋਈ ਆ। ਜਿਹੜੀ ਸਟ੍ਰੈਟਜੀ ਤੇ ਵੈਗਨਰ ਗਰੁੱਪ ਨੇ ਪਿੱਛੇ ਜਿਹਾ ਮਿਊਟ ਨਹੀਂ ਕੀਤੀ ਸੀ, ਉਹਦੇ ਨਾਲ ਕਈ ਬੰਦੇ ਜਿਹੜੇ ਸਟ੍ਰੈਟੇਜਿਕ ਥਿੰਕਰਸ ਆ ਰਸ਼ੀਆ ਦੇ ਵਿੱਚ ਉਹ ਸਹਿਮਤ ਆ ਕਿ ਪਹਿਲੀ ਜਿਹੜੀ ਪਾਲਿਸੀ ਸੀ ਉਹ ਸੀ ਕਿ ਜਦੋਂ ਰਸ਼ੀਆ ਨੇ ਹਮਲਾ ਕਰਨਾ ਆ
ਪਹਿਲਾਂ ਉਹ ਕੀਵ ਤਾਈਂ ਆਏ ਆ, ਉਹਨਾਂ ਦੇ ਜੀ ਰਾਜਧਾਨੀ ਤਾਈਂ ਆਏ ਆ। ਹੁਣ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਸਟ੍ਰੈਟਜੀ ਬਦਲੀ ਆ ਹਾਂ ਫਿਰ ਵਾਪਸ ਵੀ ਆਹ ਜਿਹੜੇ ਇਲਾਕੇ ਕੰਟਰੋਲ ਕਰਨੇ ਨੇ, ਉਦੋਂ ਬਾਹਰ ਨਹੀਂ ਜਾਣਾ ਸੀ। ਪਹਿਲਾਂ ਉਹਨਾਂ ਦੀ ਪਾਲਿਸੀ ਸੀ ਕਿ ਅਸੀਂ ਆਉਣਾ ਆ, ਜਿੱਦਾਂ ਵੀ ਉਹਨਾਂ ਦੀ ਇਨਫੋਰਮੇਸ਼ਨ ਜੋ ਵੀ ਉਹਨਾਂ ਨੂੰ ਮਿਲੀ ਹੋਣੀ ਆ, ਉਹ ਕਹਿੰਦੇ ਜਦੋਂ ਅਸੀਂ ਕੀਵ ਆਉਣਾ ਆ ਤੇ ਉਹਨਾਂ ਦੀ ਜਿਹੜੀ ਯੂਕਰੇਨੀਅਨ ਫੌਜ ਨੇ ਰਾਜ ਪਲਟਾ ਕਰ ਲੈਣਾ। ਇਹ ਇਸ ਬੇਸ ਤੇ ਉਹਨਾਂ ਨੇ ਲੜਾਈ ਲੜੀ ਸੀ ਤੇ ਜ਼ੈਲੈਂਸਕੀ ਨੂੰ ਹਟਾ ਦੇਣਾ ਤੇ ਉੱਥੇ ਕੋਈ ਜਨਰਲ ਨੇ ਆ ਜਾਣਾ ਤਾਂ ਫਿਰ ਉਹਨਾਂ ਨਾਲ ਸਮਝੌਤਾ ਕਰ ਲੈਣਾ ਸੀ। ਉਹ ਕੁਝ ਹੋਇਆ ਨਹੀਂ। ਸਟ੍ਰੈਟਜੀ ਤਾਂ ਦੋਹਾਂ ਦੀ ਪਹਿਲਾਂ ਫੇਲ ਹੋਈ ਹੈ। ਬਿਲਕੁਲ। ਤਾਂ ਉਹਨਾਂ ਨੇ ਫੇਰ ਸੋਚਿਆ ਵੀ ਜਿਹੜੇ ਜਿੱਥੇ ਜਿੱਥੇ ਰਸ਼ੀਅਨ ਰਹਿੰਦੇ ਆ, ਯੂਕਰੇਨ ਦੇ ਵਿੱਚ ਰਸ਼ੀਅਨ ਵੀ ਬਹੁਤ ਰਹਿੰਦੇ ਆ, ਨਾਲ ਨਾਲ ਈਸਟਰਨ ਬਾਰਡਰ ਦੇ ਉਹ ਸਾਰੇ ਯੂਕਰੇਨ ਜਿਹੜੀਆਂ 4 ਰਿਪਬਲਿਕਸ ਨੂੰ ਹੁਣ ਕੰਟਰੋਲ ਕੀਤਾ ਆ, ਉਹ ਸਾਰੇ ਰਸ਼ੀਅਨ ਹੀ ਰਹਿੰਦੇ ਉੱਥੇ ਜਾ ਕੇ। ਤੇ ਉਹਨਾਂ ਨੇ ਫਿਰ ਦੇਖਿਆ ਵੀ ਇਹਨਾਂ ਨੂੰ ਸੇਫ ਗਾਰਡ ਕਰੋ, ਇੰਨਾ ਇਲਾਕਾ ਮੰਨ ਲਓ, ਕ੍ਰਾਈਮੀਆ ਸਾਡੇ ਕੋਲ ਪਹਿਲਾਂ ਹੀ ਆ, ਇਦੋਂ ਅੱਗੇ ਵਧਣ ਦੀ ਕੋਈ ਲੋੜ ਨਹੀਂ। ਉਹ ਉਹਨੇ ਨੂੰ ਡਿਫੈਂਡ ਕਰੀ ਜਾਂਦੇ ਆ। ਤੇ ਹੁਣ ਉਹ ਕਾਊਂਟਰ ਅਫੈਂਸਿਵ ਦੇ ਵਿੱਚ ਉਹਨਾਂ ਨੂੰ ਕਿੱਦਾਂ ਕੱਢੋਗੇ ਉੱਥੋਂ? ਕਿਉਂਕਿ ਲੜਾਈ ਤਾਂ ਅਜੇ ਤੱਕ ਯੂਕਰੇਨ ਦੀ ਧਰਤੀ ਤੇ ਹੋ ਰਹੀ ਹੈ। ਬਿਲਕੁਲ। ਰਸ਼ੀਆ ਦੀ ਧਰਤੀ ਤੇ ਨਹੀਂ ਹੋ ਰਹੀ, ਉੱਥੇ ਤਾਂ ਗਏ ਨਹੀਂ ਹੈ। ਤੇ ਜੋ ਨੁਕਸਾਨ ਹੁੰਦਾ ਆ ਉੱਥੇ ਯੂਕਰੇਨ ਦੇ ਵਿੱਚ ਹੀ ਹੁੰਦਾ। ਤੇ ਫਰਸਟ੍ਰੇਸ਼ਨ ਵੀ ਹੋਣੀ ਹੈ ਇਹਨਾਂ ਦੀ, ਪਰ ਫਰਸਟ੍ਰੇਸ਼ਨ ਇਸ ਹੱਦ ਤੇ ਨਾ ਹੋਵੇ ਜਿੱਦਾਂ ਪਿੱਛੇ ਜਾ ਇਹਨਾਂ ਦਾ ਡਿਪਟੀ ਫੋਰਨ ਮਿਨਿਸਟਰ ਉਹ ਜਰਮਨ ਐਮਪੀ ਨੂੰ ਕਹਿ ਰਿਹਾ ਸੀ ਗੋ ਟੂ ਹੈਲ। ਉਹ ਜਰਮਨ ਐਮਪੀ ਨੇ ਇਹੀ ਰੌਲਾ ਪਾਇਆ ਸੀ ਵੀ ਜਿਹੜੇ ਕਲਸਟਰ ਬੰਬ ਦੇਣ ਲੱਗੇ ਇਹਨਾਂ ਨੂੰ ਤਾਂ ਇੰਟਰਨੈਸ਼ਨਲੀ ਬੈਨ ਕੀਤਾ ਹੈ, ਤੁਸੀਂ ਇਹਨਾਂ ਨੂੰ ਕਿੱਦਾਂ ਦੇਣ ਲੱਗੇ? ਬਿਲਕੁਲ। ਤੇ ਉਹ ਉਹਨੂੰ ਕਹਿ ਰਿਹਾ ਗੋ ਟੂ ਹੈਲ। ਇਦਾਂ ਦੀ ਲੈਂਗੁਏਜ ਨਹੀਂ ਵਰਤਦੇ, ਮਤਲਬ ਖਾਸ ਤੌਰ ਤੇ ਡਿਪਲੋਮੈਟਸ ਇਦਾਂ ਦੀ ਲੈਂਗੁਏਜ ਨਹੀਂ ਵਰਤਦੇ, ਦੂਜੇ ਤਾਂ ਵਰਤ ਸਕਦੇ ਆ। ਜ਼ੈਲੈਂਸਕੀ ਵੀ ਹਰ ਟਾਈਮ ਤੇ ਇਹ ਕਹੀ ਜਾਣਾ ਤੁਸੀਂ ਸਾਡੀ ਮਦਦ ਨਹੀਂ ਕਰਦੇ, ਤੁਸੀਂ ਸਾਡੀ ਮਦਦ ਨਹੀਂ ਕਰਦੇ। ਜੇ ਇਹ ਮਦਦ ਨਾ ਕਰਦੇ ਹੁੰਦੇ ਤਾਂ ਤੁਸੀਂ ਅੱਜ ਤਾਈਂ ਖਤਮ ਹੋ ਜਾਣਾ ਸੀ। ਬਿਲਕੁਲ। ਬਹੁਤ ਮਦਦ ਕੀਤੀ ਹੈ ਵੀ ਕਿਸੇ ਦਿਨ ਬੈਠ ਕੇ ਇਹ ਵੀ ਕਹਿ ਦੋ ਵੀ ਧੰਨਵਾਦ ਤੁਹਾਡਾ, ਸਾਡੇ ਕਮਜ਼ੋਰੀ ਹੋਣੀ ਸਾਡੇ ਦੇ ਵਿੱਚ ਹੀ ਹੋਣੀ। ਜੀ। ਚਲੋ ਅੱਜ ਸਾਡੇ ਵਿਚਾਰ ਦਾ ਟਾਈਮ ਹੋ ਗਿਆ। ਬਿਲਕੁਲ ਜੀ, ਅੱਜ ਦਾ ਵਿਚਾਰ ਡਾਕਟਰ ਸਾਹਿਬ, ਜਿੰਨਾ ਕੰਧਾਂ ਦੀਆਂ ਛਾਵਾਂ 'ਚ ਖੇਡਦੇ ਸਾਂ ਉਹਨਾਂ ਕੰਧਾਂ ਨਾਲ ਲੱਗ ਕੇ ਰੋ ਲਈਏ, ਦੁੱਖਾਂ ਦਰਦਾਂ ਦੇ ਹਾਲੇ ਫੋਲ ਕੇ ਤੇ ਦੁਖੀ ਕਰ ਲਈਏ ਤੇ ਦੁਖੀ ਹੋ ਲਈਏ। ਜੀ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਸਾਡੇ ਪ੍ਰੋਗਰਾਮ ਦੇ ਬਾਰੇ ਵਿੱਚ ਤੁਹਾਡੇ ਵਿਚਾਰ ਜਿਹੜੇ ਆ ਉਹ ਤੁਸੀਂ ਜ਼ਰੂਰ ਸਾਡੇ ਰੇਡੀਓ ਇੰਡੀਆ ਪੇਜ ਤੇ ਜਾ ਕੇ ਕਮੈਂਟ ਬਾਕਸ ਦੇ ਵਿੱਚ ਦਰਜ ਕਰਿਓ ਜੀ। ਸੋ ਮੈਨੂੰ ਬਲਦੇਵ ਸਿੰਘ ਭਾਮ ਨੂੰ ਹੁਣ ਇਜਾਜ਼ਤ ਦਿਓ ਜੀ। ਕੱਲ ਨੂੰ ਫਿਰ ਮਿਲਾਂਗੇ ਤੁਹਾਨੂੰ ਇਸੇ ਟਾਈਮ ਤੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਆਵਾਜ਼ ਦੇ ਵਿੱਚ ਨਵੇਂ ਵਿਸ਼ੇ ਲੈ ਕੇ ਹਾਜ਼ਰ ਹੋਵਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ, ਜਿਉਂਦੇ ਵਸਦੇ ਰਹੋ ਜੀ।